Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ ਦਰਸ਼ਕੋ, ਅੱਜ ਅੰਬਰਾਂ ਦੇ ਸਰਨਾਵੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹਾਂ। ਅੱਜ ਸਾਡੇ ਦਰਮਿਆਨ ਕੈਲੀਫੋਰਨੀਆ ਤੋਂ ਉੱਘੇ ਗਜ਼ਲਗੋ ਆਰਟਿਸਟ ਪ੍ਰੋਡਿਊਸਰ ਤੇ ਗੰਭੀਰ ਅਦਾਕਾਰ ਭੁਪਿੰਦਰ ਦੁਲੇਰ ਜੀ ਸਾਡੇ ਵਿਚਕਾਰ ਬੈਠੇ ਨੇ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ। ਭੁਪਿੰਦਰ ਦੁਲੇਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਇੱਥੇ ਆਉਣ 'ਤੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ ਬੁਲਾਉਣ ਦਾ ਅਤੇ ਆਪਣੇ ਨਾਲ ਬੈਠਣ ਦਾ ਵਕਤ ਦੇਣ ਦਾ। ਭੁਪਿੰਦਰ ਜੀ, ਤੁਸੀਂ ਕਰੀਬ 35 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਆ। ਹਾਂਜੀ। ਆਪਣੇ ਸਾਡੇ ਦਰਸ਼ਕ, ਮੈਂ ਖੁਦ ਵੀ ਜਾਣਨਾ ਚਾਹਾਂਗਾ ਕਿ ਉਹ ਜਿਹੜਾ ਬਚਪਨ ਸੀ ਕਿੱਥੇ ਬੀਤਿਆ, ਕਿੱਦਾਂ ਤੁਹਾਡਾ ਬਾਹਰ ਜਾਣਾ ਹੋਇਆ। ਆਪਾਂ ਗਜ਼ਲ ਵੱਲ ਫੇਰ ਆਵਾਂਗੇ, ਪਹਿਲਾਂ ਆਪਣੇ ਬਚਪਨ ਬਾਰੇ ਗੱਲ ਦੱਸੋ। ਜੀ ਮੇਰਾ ਬਚਪਨ ਆਮ ਪੰਜਾਬੀ ਪੇਂਡੂ ਘਰ ਦੇ ਜਿਸ ਤਰ੍ਹਾਂ ਹੁੰਦਾ ਹੈਗਾ ਉੱਥੇ ਸੀਗਾ। ਵੈਸੇ ਮੇਰੀ ਪ੍ਰਾਇਮਰੀ ਐਜੂਕੇਸ਼ਨ ਕਨਵੈਂਟ ਦੀ ਹੈਗੀ ਹੈ ਸ਼ਿਮਲੇ ਤੋਂ। ਉਸ ਤੋਂ ਬਾਅਦ ਫਿਰ ਮੈਂ ਜਦੋਂ ਜਲੰਧਰ ਨੂੰ ਬਿਲੋਂਗ ਕਰਦਾ ਹੈਗਾ ਅਤੇ ਮੇਰੇ ਫਾਦਰ ਪਿੰਡ ਦੇ ਸਰਪੰਚ ਹੁੰਦੇ ਸੀ ਅਤੇ ਉਹਨਾਂ ਨੇ ਪਿੰਡ ਵਿੱਚ ਸਕੂਲ ਖੋਲ੍ਹਿਆ, ਪੰਚਾਇਤ ਯੂਨੀਅਨ ਪਬਲਿਕ ਹਾਈ ਸਕੂਲ। ਫਿਰ ਉੱਥੇ ਲੋਕ ਕਹਿਣ ਲੱਗ ਪਏ ਵੀ ਆਪਣੇ ਮੁੰਡੇ ਨੂੰ ਸ਼ਹਿਰ ਭੇਜਦਾ ਤੇ ਸਾਨੂੰ ਕਹਿੰਦਾ ਪਿੰਡ ਦੇ ਸਕੂਲ 'ਚ ਪੜ੍ਹੋ। ਤੇ ਤੁਹਾਨੂੰ ਪਤਾ ਓਪਰਚੁਨਿਟੀ ਹੁੰਦੀ ਹੈ ਥੋੜ੍ਹੀ ਬਹੁਤੀ। ਫਿਰ ਮੈਂ ਉਹਨੂੰ ਪਿੰਡ ਦੇ ਸਕੂਲ 'ਚ ਪਾ ਦਿੱਤਾ ਅਤੇ ਉੱਥੋਂ ਫਿਰ ਮੈਂ 10ਵੀਂ ਕੀਤੀ। 10ਵੀਂ ਤੋਂ ਬਾਅਦ ਮੈਂ ਜਲੰਧਰ ਖਾਲਸਾ ਕਾਲਜ ਚਲਾ ਗਿਆ ਅਤੇ ਉੱਥੇ ਫਿਰ ਮੈਂ ਫੌਜ 'ਚ ਭਰਤੀ ਹੋ ਗਿਆ। ਹਾਂਜੀ, ਫੌਜ ਦੀ ਨੌਕਰੀ ਦੇ ਦਰਮਿਆਨ ਕੋਈ ਜੰਗ ਵੀ ਲੜੀ ਤੇ ਉਹਦੇ ਅਨੁਭਵ ਸਾਡੇ ਨਾਲ ਸਾਂਝੇ ਕਰੋ, ਕਿਉਂਕਿ ਬੜਾ ਇੰਟਰਸਟਡ ਹੋਣ ਵਾਲਾ ਸਾਰਾ ਕੁਝ ਹੈ। ਇੱਦਾਂ ਹੀ ਕਿ ਮੈਂ ਜਦੋਂ ਕਮਿਸ਼ਨ ਹੋਇਆ ਸੀ ਸੈਕੰਡ ਲਿeutenant, ਹਾਂਜੀ, ਵੇ ਬੈਕ ਇਨ 1967 ਦੇ ਵਿੱਚ, ਅਤੇ ਮੇਰੀ ਪਹਿਲੀ ਪੋਸਟਿੰਗ ਸੰਗਰੂਰ ਸੀਗੀ। ਹਾਂਜੀ। ਅਤੇ ਆਈ ਵਾਜ਼ ਐਨ ਆਰਮਰਡ ਕੋਰ, ਜਿਹੜੇ ਟੈਂਕਾਂ ਜਿਹਨੂੰ ਆਪਾਂ ਕਹਿੰਦੇ ਟੈਂਕਾਂ ਦੇ ਵਿੱਚ ਆਰਮਰਡ ਕੋਰ ਦੇ ਵਿੱਚ ਆ ਮੈਂ। ਅਤੇ ਸੰਗਰੂਰ ਤੋਂ ਬਾਅਦ ਫਿਰ ਮੈਂ ਯੰਗ ਆਫਿਸਰਸ ਕੋਰਸ ਨੂੰ ਕਹਿੰਦੇ ਵਾਈਏ ਕੋਰਸ ਕਰਨ ਵਾਸਤੇ ਚਲਾ ਗਿਆ ਅਹਿਮਦਨਗਰ। ਵਾਪਸ ਆਇਆ ਅਤੇ ਮੇਰੀ ਰੈਜੀਮੈਂਟ ਪਟਿਆਲੇ ਸੀਗੀ। ਅਤੇ 67 ਤੋਂ 70 ਤੱਕ ਅਸੀਂ ਪਟਿਆਲੇ ਰਹੇ ਅਤੇ ਪਟਿਆਲੇ ਤੋਂ ਫਿਰ 70 ਦੇ ਵਿੱਚ ਅਸੀਂ ਇੱਧਰ ਆਏ ਟ੍ਰੇਨਿੰਗ ਕਰਨ ਵਾਸਤੇ, ਜਾਂ ਸਾਲ ਦੇ ਵਿੱਚ ਟ੍ਰੇਨਿੰਗ ਕਰਦੇ ਨੇ ਟੈਂਕਸ ਵਗੈਰਾ ਹੁਸ਼ਿਆਰਪੁਰ ਰੋਡ ਦੇ ਉੱਤੇ। ਅਤੇ ਉੱਥੋਂ ਹੀ ਫਿਰ ਅਸੀਂ ਲੜਾਈ ਵਾਸਤੇ ਚਲੇ ਗਏ 71 'ਚ। ਅਤੇ 71 ਦੀ ਲੜਾਈ ਨੂੰ ਮੈਂ ਪਰਸੋਂ ਜਦੋਂ ਗੱਲਾਂ ਕਰ ਰਿਹਾ ਸੀ ਦੋਸਤਾਂ ਦੇ ਨਾਲ, 3 ਦਸੰਬਰ ਸੀ ਨਾ, ਅੱਜ 8 ਦਸੰਬਰ ਹੈਗੀ ਹੈ। 3 ਦਸੰਬਰ 2021 ਨੂੰ ਪੂਰੇ 50 ਸਾਲ ਹੋ ਗਏ। 3 ਦਸੰਬਰ 1971 'ਚ ਲੜਾਈ ਸ਼ੁਰੂ ਹੋਈ ਸੀ। ਹਾਂਜੀ ਹਾਂਜੀ। ਫਿਰ ਉੱਥੋਂ ਜਦੋਂ ਲੜਾਈ ਸ਼ੁਰੂ ਹੋਈ 3 ਤਰੀਕ ਨੂੰ, ਅਤੇ ਅਗਲੇ ਦਿਨ ਆਰਮਡ ਕੋਰ ਰੈਜੀਮੈਂਟ ਦੇ ਵਿੱਚ 3 ਸਕਾਡਰਨ ਹੁੰਦੇ ਆ, A, B and C। ਮੇਰੇ 2 ਸਕਾਡਰਨ ਡਿਫੈਂਸ ਵਿੱਚ ਰਹੇ ਸੀ। ਮੇਰਾ ਸਕਾਡਰਨ A ਸਕਾਡਰਨ ਜਾਂ ਐਲਫਾ ਸਕਾਡਰਨ ਕਹਿੰਦੇ ਹੈਗੇ ਆ। ਅਸੀਂ ਵੀ ਵੈਂਟ ਇਨ ਟੂ ਦ ਪਾਕਿਸਤਾਨ ਅਤੇ ਵੀ ਆਲ ਦ ਵੇ ਅਪ ਟੂ ਸ਼ਕਰਗੜ੍ਹ ਸ਼ਹਿਰ ਹੈਗਾ ਉਹਨਾਂ ਦਾ ਇੱਕ, ਉੱਥੇ ਤੱਕ ਅਸੀਂ ਪਹੁੰਚ ਗਏ ਸੀਗੇ ਜਦੋਂ ਲੜਾਈ ਖਤਮ ਹੋਈ ਹੈ। ਨਹੀਂ, ਫਿਰ ਉਹ ਦੇਖੋ, ਉਦੋਂ ਤੁਸੀਂ ਜਦੋਂ ਲੜਾਈ ਲੜੀ ਜੀ, ਉਦੋਂ ਲਿਖਣਾ ਸ਼ੁਰੂ ਹੋ ਚੁੱਕੇ ਸੀਗੇ? ਹਾਂ, ਉਦੋਂ 70 ਵਿੱਚ ਥੋੜ੍ਹਾ ਬਹੁਤ ਲਿਖਦਾ ਸੀਗਾ ਮੈਂ। ਇੰਨੇ ਵਾਹਵਾ ਲੰਬੇ ਚੌੜੇ ਤਰੀਕੇ ਦੇ ਨਾਲ ਨਹੀਂ, ਲੇਕਿਨ ਸ਼ੌਕ ਤਾਂ ਸੀਗਾ ਲਿਖਣ ਦਾ। ਕਾਲਜ ਦੇ ਜ਼ਮਾਨੇ ਤੋਂ ਸੀਗਾ ਥੋੜ੍ਹਾ ਬਹੁਤਾ ਤੁਕਬੰਦੀ ਕਰਨ ਦਾ ਸ਼ੌਕ।
ਤੇ ਪਰ ਇਸ ਤਰ੍ਹਾਂ ਨਹੀਂ ਕਿ ਮੈਂ ਇਹ ਸੋਚ ਕੇ ਕਿ ਮੈਂ ਇਹਦੀ ਕਿਤਾਬ ਵਿੱਚ ਪਾਉਣੀ ਆ ਜਾਂ ਮੈਂ ਇੱਦਾਂ ਕਰਨਾ, ਇੱਦਾਂ ਨਹੀਂ ਲਿਖਦਾ। ਨਹੀਂ, ਮੈਂ ਜਿਹੜੀ ਗੱਲ ਅਸਲ 'ਚ ਕਰਨੀ ਚਾਹੁੰਦਾ ਭੁਪਿੰਦਰ ਜੀ ਕਿ ਅੰਦਰ ਇੱਕ ਪੁਆਇੰਟ ਆ, ਬੜਾ ਸੌਫਟ ਕਾਰਨਰ ਉਹਦੇ ਅੰਦਰ ਹੁੰਦਾ, ਉਹਦੇ ਅੰਦਰ ਵੇਵਸ ਜਿਹੜਾ ਵਾਈਬ੍ਰੇਟ ਉਹਦੇ ਆਲਾ ਦੁਆਲਾ ਵਾਤਾਵਰਨ ਹੁੰਦਾ, ਪਰ ਉੱਥੇ ਟੈਂਕ, ਬੰਦੂਕ, ਗੋਲੀ, ਕਤਲ, ਸ਼ਹੀਦ, ਉਹ ਕਿੱਦਾਂ ਮਤਲਬ ਫਿਰ ਤੁਸੀਂ ਦੁਸ਼ਮਣ ਕਿੱਦਾਂ ਬਣ ਜਾਂਦੇ ਸੀ? ਮਤਲਬ ਵਿਸ਼ਾਲ ਜੀ, ਹਰੇਕ ਇਨਸਾਨ ਦੇ ਵਿੱਚ ਡਿਫਰੈਂਟ ਪਰਸਨੈਲਿਟੀਜ਼ ਹੁੰਦੀਆਂ, ਜਿੱਥੋਂ ਮੇਰਾ ਖਿਆਲ ਹੈਗਾ। ਤੋ ਆਪਣੀ ਪਰਸਨੈਲਿਟੀ ਨੂੰ ਉਸ ਮਾਹੌਲ ਦੇ ਵਿੱਚ ਐਡਜਸਟ ਕਰ ਲੈਂਦਾ ਜਿਸ ਮਾਹੌਲ 'ਚ ਹੋਵੇ। ਹੁਣ ਇਹ ਤਾਂ ਹੈ ਨਹੀਂ ਕਿ ਜੇ ਮੈਂ ਫੌਜੀ ਹੈਗਾ ਤਾਂ ਮੈਂ 24 ਘੰਟੇ ਬੰਦੂਕ ਲੈ ਕੇ ਤੁਰਿਆ ਫਿਰਾਂਗਾ, ਤੇ ਜੇ ਮੈਂ ਸ਼ਾਇਰ ਹੈਗਾ ਮੈਂ 24 ਘੰਟੇ ਕਵਿਤਾ ਲਿਖਦਾ ਰਹਾਂਗਾ। ਉਹ ਜਿਹੜੀ ਪਰਸਨੈਲਿਟੀ ਹੈ ਡਿਫਰੈਂਟ ਹੈਗੀ ਆ। ਜਦੋਂ ਤੁਸੀਂ ਫੌਜ 'ਚ ਹੁੰਦੇ ਆ ਜਾਂ ਲੜਾਈ 'ਚ ਹੁੰਦੇ ਹੈਗੇ ਆ, ਐਕਚੁਅਲੀ ਤੁਸੀਂ ਉਸ ਵੇਲੇ ਤੁਹਾਨੂੰ ਹੋਰ ਕਿਸੇ ਚੀਜ਼ ਨੂੰ ਸੋਚਣ ਦਾ ਟਾਈਮ ਹੀ ਨਹੀਂ ਮਿਲਦਾ। ਜਦੋਂ ਅਸੀਂ ਜੰਗ 'ਚ ਹੁੰਦੇ ਆ ਲੜਾਈ ਦੇ ਵਿੱਚ, ਤੇ ਯੂ ਆਰ ਓਨਲੀ ਥਿੰਕਿੰਗ ਆਫ ਵਾਟਸ ਗੋਇੰ ਟੂ ਹੈਪਨ ਨੈਕਸਟ। ਅਗਲਾ ਕੀ ਹੋਣਾ, ਕੀ ਕਰਨਾ, ਕਿੱਥੇ ਅਟੈਕ ਕਰਨਾ, ਕਿਹਨੇ ਕਰਨਾ, ਪਲਾਨ ਕੀ ਕਰਨੀ ਹੈਗੀ ਆ, ਕੀ ਸਟ੍ਰੈਟਜੀ ਹੈਗੀ ਆ। ਤੁਹਾਨੂੰ ਬਾਕੀਆਂ ਚੀਜ਼ਾਂ ਨੂੰ ਸੋਚਣ ਦਾ ਟਾਈਮ ਨਹੀਂ ਮਿਲਦਾ ਲੜਾਈ ਦੇ ਵਿੱਚ। ਤੁਹਾਡੀਆਂ 2 ਕਿਤਾਬਾਂ ਵੀ ਆਈਆਂ। ਮੈਂ ਤੁਹਾਡਾ ਇੱਕ ਸ਼ੇਅਰ ਹੀ ਪੜ੍ਹਦਾ ਵਾਂ, ਦੇਖੋ, ਸਮੁੰਦਰ ਦੇ ਉਬਾਲੇ ਦਾ ਉਦੋਂ ਦਾ ਡਰ ਮਨਾਂ ਵਿੱਚ ਹੈ, ਜਦੋਂ ਦਾ ਇਸ ਦੀ ਛਾਤੀ 'ਚ ਕੰਕਰ ਮਾਰ ਬੈਠਾ। ਬੜਾ ਉਮਦਾ ਸ਼ੇਅਰ ਆ। ਤੁਹਾਡੀਆਂ 2 ਕਿਤਾਬਾਂ ਵੀ ਆਈਆਂ, ਭਿੰਨੀ ਭਿੰਨੀ ਖੁਸ਼ਬੂ ਤੇ ਸੋਚਾਂ ਦਾ ਸਰਨਾਮਾ। ਜਿਹੜੇ ਤੁਹਾਨੂੰ ਤੁਹਾਡੇ ਅੰਦਰ ਲੇਖਕ ਨੇ ਕਦੋਂ ਦਸਤਕ ਦਿੱਤੀ, ਸ਼ੇਅਰ ਨੇ ਕਦੋਂ ਦਸਤਕ ਦਿੱਤੀ, ਤੁਹਾਨੂੰ ਕਦੋਂ ਲੱਗਾ ਕਿ ਮਤਲਬ ਸ਼ਬਦਾਂ ਨਾਲ ਤੁਹਾਡਾ ਸੰਚਾਰ ਹੋ ਰਿਹਾ, ਤੁਸੀਂ ਲਿਖ ਰਹੇ ਆ? ਮੈਂ ਤੁਹਾਨੂੰ ਦੱਸਦਾ, ਜਿਹੜੀ ਸ਼ਾਇਰੀ ਆ ਨਾ, ਪੋਇਟਰੀ, ਇਹ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਨੂੰ ਵਿਰਸੇ 'ਚ ਮਿਲੀ ਆ। ਮੇਰੇ ਫਾਦਰ ਡਾਕਟਰ ਅਵਤਾਰ ਸਿੰਘ ਦਲੇਰ ਪੰਜਾਬ ਦੇ ਕਾਫੀ ਉੱਘੇ ਸ਼ਾਇਰਾਂ ਦੇ ਵਿੱਚੋਂ ਸੀਗੇ। ਉਹਨਾਂ ਦੀਆਂ 6-7 ਕਿਤਾਬਾਂ ਵੀ ਆਈਆਂ ਹੈਗੀਆਂ। ਉਹਨਾਂ ਨੇ ਰਿਸਰਚ ਕੀਤੀ ਸੀ ਪੰਜਾਬੀ ਲੋਕ ਗੀਤਾਂ ਦੇ ਉੱਤੇ। ਉਹਨਾਂ ਦੀ ਇੱਕ ਕਿਤਾਬ ਸੀਗੀ ਪੰਜਾਬੀ ਲੋਕ ਗੀਤ ਬਣਤਰ ਤੇ ਵਿਕਾਸ, ਉਹ ਯੂਨੀਵਰਸਿਟੀਆਂ ਵਿੱਚ ਲੱਗੀ ਰਹੀ ਹੈ। ਤੇ ਮਾਹੌਲ ਕਰਦਾ ਇੱਦਾਂ ਸੀਗਾ ਕਿ ਕਾਫੀ ਉਹਨਾਂ ਦੇ ਵਾਕਫ ਸੀਗੇ, ਜਿੰਨੇ ਵੀ ਸ਼ਾਇਰ ਸੀਗੇ, ਜਿੰਨੀਆਂ ਵੀ ਸੁੰਦਰ ਕੌਰ ਤੋਂ ਲਾ ਕੇ ਤੇ SSB ਸਾਲ ਕਹਿ ਲਓ, ਜਿੰਨੇ ਵੀ ਕਹਿੰਦੇ ਸ਼ਾਮ ਨੂੰ ਕਿਤੇ ਨਾ ਕਿਤੇ ਮਹਿਫਿਲ ਜਿਵੇਂ ਰਹਿੰਦੀ ਸੀ ਘਰ 'ਚ ਆਉਣਾ ਜਾਂਦਾ ਸ਼ਾਇਰਾਂ ਦਾ। ਤੇ ਉਹ ਇੱਕ ਮਾਹੌਲ ਹੀ ਐਸਾ ਸੀਗਾ ਜਿਹਦੇ ਵਿੱਚ ਮੈਂ ਵੱਡਾ ਹੋਇਆ। ਸ਼ਾਇਰੀ ਦਾ ਮਾਹੌਲ ਕਹਿ ਲਓ, ਪੋਇਟਰੀ ਦਾ ਮਾਹੌਲ ਕਹਿ ਲਓ, ਸ਼ਾਇਰਾਂ ਦਾ ਮਾਹੌਲ ਕਹਿ ਲਓ। ਤੇ ਉਹਦੇ ਵਿੱਚ ਬਸ ਪਹਿਲਾਂ ਮਜ਼ਾਕ ਦੇ ਵਿੱਚ ਕਾਲਜ ਦੇ ਵਿੱਚ ਥੋੜ੍ਹੀ ਜਿਹੀਆਂ ਮੈਂ ਡਿਬੇਟਰ ਸੀਗਾ, ਤੁਕਬੰਦੀਆਂ ਕਰ ਲੈਣੀਆਂ, ਸਟੇਜ ਜਾ ਕੇ ਸੁਣਾ ਦੇਣੀਆਂ। ਫਿਰ ਹੌਲੀ ਹੌਲੀ ਮੈਂ ਲਿਖਦਾ ਗਿਆ, ਕਦੀ ਗੀਤ ਲਿਖ ਲੈਣਾ, ਕਦੀ ਕੋਈ ਗਜ਼ਲ ਲਿਖ ਲੈਣੀ। ਸੀਰੀਅਸਲੀ ਮੈਂ ਜਦੋਂ ਲੱਗਿਆ ਕਿ 15 ਸਾਲ ਦੀ ਗੱਲ ਹੈਗੀ ਹੈ, ਡਾਕਟਰ ਜਗਤਾਰ ਆਏ ਸੀ ਮੇਰੇ ਕੋਲ ਅਮਰੀਕਾ, ਤੇ ਉਹਨਾਂ ਨੂੰ ਮੈਂ 2 ਆਪਣੀਆਂ ਸੁਣਾਈਆਂ। ਉਹ ਕਹਿੰਦੇ ਤੂੰ ਗਜ਼ਲ ਵਾਲਾ ਗਜ਼ਲ ਲਿਖ, ਗਜ਼ਲ ਤੋਂ ਅੱਛੀ ਲੱਗਦਾ, ਤੈਨੂੰ ਬਹਿਰ ਦਾ ਪੂਰਾ ਪਤਾ ਹੈਗਾ, ਗਜ਼ਲ ਤੋਂ ਅੱਛੀ ਨਾ ਗਜ਼ਲ ਵਾਲਾ, ਗੀਤਾਂ ਨੂੰ ਛੱਡ ਦੇ। ਤੇ ਉਸ ਤੋਂ ਬਾਅਦ ਮੇਰਾ ਧਿਆਨ ਜ਼ਿਆਦਾ ਗਜ਼ਲ ਵੱਲ ਹੋ ਗਿਆ। ਜਿਹੜੀ ਮੇਰੀ ਦੂਜੀ ਕਿਤਾਬ ਹੈ ਸੋਚਣ ਦਾ ਸਰਨਾਮਾ, ਉਹ ਪੂਰੀ ਗਜ਼ਲਾਂ ਦੀ ਹੈਗੀ ਹੈ। ਜਿਹੜੀ ਪਹਿਲੀ ਕਿਤਾਬ ਸੀ ਭਿੰਨੀ ਭਿੰਨੀ ਖੁਸ਼ਬੂ, ਉਹਦੇ ਵਿੱਚ ਗਜ਼ਲਾਂ ਵੀ ਹੈਗੀਆਂ, ਗੀਤ ਵੀ ਹੈਗੇ ਆ, ਕਵਿਤਾ ਵੀ ਹੈਗੀਆਂ। ਇਸ ਕਰਕੇ ਉਹਦਾ ਨਾਂ ਹੀ ਇਸ ਕਰਕੇ ਰੱਖਿਆ ਸੀ ਭਿੰਨੀ ਭਿੰਨੀ ਖੁਸ਼ਬੂ। ਤੇ ਹੁਣ ਤੀਜੀ ਆ ਰਹੀ ਹੈ ਸੁੱਚੇ ਅਥਰੂ, ਉਹਦੇ ਵਿੱਚ ਹੀ 85 ਕਿ 90 ਗਜ਼ਲਾਂ ਹੈਗੀਆਂ ਸਾਰੀਆਂ। ਹੁਣ ਅਮਰੀਕਾ ਦੇ ਵਿੱਚ ਬੜੇ ਨਾਮਵਰ ਪੋਇਟ ਸ਼ਾਇਰ ਰਹਿੰਦੇ ਆ, ਬਹੁਤ ਸਾਰੇ ਨਾਂ ਲਏ ਜਾ ਸਕਦੇ ਆ, ਕੋਈ ਰਹਿ ਜਾਊਗਾ ਐਵੇਂ ਨਾਰਾਜ਼ ਨਾ ਹੋ ਜੇ। ਤੁਹਾਨੂੰ ਵੀ ਪਤਾ ਵਾ ਉਹਨਾਂ ਦਾ, ਸਾਨੂੰ ਵੀ ਪਤਾ ਵਾ। ਤੇ ਉੱਥੋਂ ਦੇ ਜਿਹੜੇ ਮਾਹੌਲ ਆ, ਜਿਵੇਂ ਕਿ ਫਿਰ ਤੁਸੀਂ ਹੁਣ ਤੁਹਾਡਾ 6 ਮਹੀਨੇ ਬਾਅਦ, 5 ਮਹੀਨੇ ਬਾਅਦ, ਸਾਲ 'ਚ 2 ਚੱਕਰ ਵੀ ਤੁਹਾਡੇ ਇੱਧਰ ਲੱਗਦੇ ਹੀ ਰਹਿੰਦੇ ਆ। ਹੁਣ ਉੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਮਤਲਬ ਜਿਹੜਾ ਭੁਪਿੰਦਰ ਦਲੇਰ ਦੇ, ਮੇਜਰ ਭੁਪਿੰਦਰ ਦਲੇਰ ਦੇ ਅੰਦਰ ਜਿਹੜਾ ਸ਼ਾਇਰ ਬੈਠਾ, ਗਜ਼ਲਕਾਰ ਬੈਠਾ, ਇੱਥੋਂ ਦੇ ਮਾਹੌਲ 'ਚ ਤੁਸੀਂ ਹੁਣ, ਤੁਹਾਡੀ ਕਿਤਾਬ ਵੀ ਇੱਥੇ ਹੋਣੀ ਆ, ਇੱਥੋਂ ਦੇ ਦੋਸਤਾਂ ਸ਼ਾਇਰਾਂ ਨੂੰ ਵੀ ਮਿਲਣਾ ਵਾ, ਉੱਥੇ ਬੜੇ ਕਾਰੋਬਾਰੀ ਬੰਦੇ ਆ, ਟਾਈਮ ਵੀ ਘੱਟ ਆ, ਮਤਲਬ ਉੱਥੋਂ ਦੇ ਸਾਹਿਤਕ ਮਾਹੌਲ ਬਾਰੇ ਤੇ ਇੱਥੋਂ ਦੇ ਸਾਹਿਤਕ ਮਾਹੌਲ ਬਾਰੇ ਮਤਲਬ ਕੀ ਕਹਿਣਾ ਚਾਹੋਗੇ ਤੁਸੀਂ? ਉਹ ਯਾਰ ਜੀ ਇਸ ਤਰ੍ਹਾਂ ਹੈ ਕਿ ਅਸੀਂ ਉੱਥੇ ਰਹਿਣ ਦੇ ਬਾਵਜੂਦ ਵੀ ਅਸੀਂ ਪੰਜਾਬੀ ਨੂੰ ਤਾਂ ਆਪਣੇ ਵਿਰਸੇ ਨੂੰ ਭੁੱਲੇ ਨਹੀਂ। ਜਿੰਨੇ ਵੀ ਉੱਥੇ ਤੁਸੀਂ ਕਿਹਾ ਵੀ ਕਾਫੀ ਸ਼ਾਇਰ ਲੋਕ ਹੈਗੇ ਨੇ ਜਿਹੜੇ ਪੰਜਾਬੀ 'ਚ ਲਿਖਦੇ ਨੇ, ਕੋਈ ਗਜ਼ਲ ਲਿਖਦਾ ਹੈ, ਕੋਈ ਕਹਾਣੀ ਲਿਖਦਾ ਹੈ, ਕੋਈ ਕਵਿਤਾ ਲਿਖਦਾ ਹੈਗਾ, ਕੋਈ ਗੀਤ ਲਿਖਦਾ ਹੈਗਾ। ਅਸੀਂ ਉਹਨਾਂ ਨੂੰ ਇਕੱਠੇ ਕਰਕੇ ਉੱਥੇ ਸਭਾਵਾਂ ਬਣਾਈਆਂ ਹੋਈਆਂ ਹੈਗੀਆਂ। ਨਾਰਥ ਕੈਲੀਫੋਰਨੀਆ ਦੇ ਵਿੱਚ ਜਿੱਥੇ ਮੈਂ ਰਹਿਣਾ, ਸੈਨ ਫਰਾਂਸਿਸਕੋ ਏਰੀਆ ਨੂੰ ਨਾਰਥ ਕੈਲੀਫੋਰਨੀਆ ਕਹਿੰਦੇ ਆ, ਉੱਥੇ 2 ਵੱਡੀਆਂ ਸਭਾਵਾਂ ਨੇ। ਇੱਕ ਪੰਜਾਬੀ ਸਾਹਿਤ ਸਭਾ ਹੈਗੀ ਆ, ਇੱਕ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ, ਵਿਪਸਾ ਜਿਹਨੂੰ ਕਹਿੰਦੇ ਹੈਗੇ। ਤੇ ਜਦੋਂ ਮੈਂ ਬੇ ਏਰੀਆ 'ਚ ਰਹਿੰਦਾ ਸੀ, ਉੱਥੇ ਵਿਪਸਾ ਜ਼ਿਆਦਾ ਪ੍ਰਭਾਵਿਤ ਸੀਗੀ। ਉੱਥੇ ਮੈਂ ਵਿਪਸਾ ਦਾ 2 ਸਾਲ ਪ੍ਰਧਾਨ ਵੀ ਰਿਹਾ। ਉਦੋਂ ਬਾਅਦ ਮੈਂ ਇੱਧਰ ਆ ਗਿਆ ਸੈਕਰਾਮੈਂਟੋ ਵਾਲੇ ਪਾਸੇ, ਇੱਥੇ ਪੰਜਾਬੀ ਸਾਹਿਤ ਸਭਾ ਹੈਗੀ ਆ,
ਇਹਦਾ ਵੀ ਮੈਂ 2 ਸਾਲ ਪ੍ਰਧਾਨ ਰਹਿ ਚੁੱਕਾ ਹੈਗਾ। ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਅਸੀਂ ਉੱਥੇ ਕੋਸ਼ਿਸ਼ ਨਹੀਂ ਛੱਡੀ ਕਿ ਆਪਣੇ ਵਿਰਸੇ ਤੋਂ ਵੱਖਰੇ ਹੋ ਜਾਈਏ, ਆਪਣੀ ਮਾਂ ਬੋਲੀ ਤੋਂ ਵੱਖਰੇ ਹੋ ਜਾਈਏ। ਹਾਲਾਂਕਿ ਅਸੀਂ ਉੱਥੇ 30-35 ਸਾਲ ਦਾ ਰਹਿ ਰਿਹਾ, ਅੰਗਰੇਜ਼ੀ ਬੋਲਦਾ ਹੈ, ਅੰਗਰੇਜ਼ਾਂ 'ਚ ਕੰਮ ਕਰਦਾ ਹੈਗਾ, ਅੰਗਰੇਜ਼ਾਂ 'ਚ ਮੈਂ ਉੱਥੇ ਨੌਕਰੀ ਕੀਤੀ ਹੈਗੀ ਆ। ਸਵੇਰ ਤੋਂ ਸ਼ਾਮ ਤਾਈਂ ਅੰਗਰੇਜ਼ੀ 'ਚ ਹੀ ਗੁੱਡ ਮਾਰਨਿੰਗ ਕਹਿੰਦਾ, ਅੰਗਰੇਜ਼ੀ 'ਚ ਹੀ ਗੁੱਡ ਈਵਨਿੰਗ ਹੁੰਦੀ ਹੈ, ਸਾਰਾ ਦਿਨ ਅੰਗਰੇਜ਼ੀ ਬੋਲੀ ਦੀ ਹੈਗੀ ਆ, ਲੇਕਿਨ ਲਿਖੀ ਦਾ ਪੰਜਾਬੀ 'ਚ। ਪੰਜਾਬੀ ਲਿਖਣ ਕਰਕੇ ਆਪਣਾ ਤੁਹਾਡਾ ਕਨੈਕਸ਼ਨ ਹੈ ਨਾ, ਉਹ ਤੁਸੀਂ ਆਪਣੇ ਚਾਹੇ ਤੁਸੀਂ ਦੇਸ਼ ਨਾਲ ਕਹਿ ਲਓ ਜਾਂ ਆਪਣੇ ਪਿੰਡ ਨਾਲ ਕਹਿ ਲਓ। ਕਈਆਂ ਲੋਕਾਂ ਨੇ ਬਹੁਤ ਬੜੇ ਬੜੇ ਗੀਤ ਲਿਖੇ ਹੋਏ ਜਿਹਨਾਂ ਵਿੱਚ ਉਹਨਾਂ ਆਪਣੇ ਪਿੰਡ ਦਾ ਹਿਰਵਾ ਨੂੰ ਖਾਈ ਜਾਂਦਾ ਹੈਗਾ। ਹਾਂਜੀ, ਤੁਸੀਂ ਇੱਕ ਗਜ਼ਲ ਆਪਣੀ ਸਾਡੇ ਨਾਲ ਸਾਂਝੀ ਕਰ ਹੀ ਲਓ ਤੁਸੀਂ। ਇਹਦੇ 'ਚ ਹੀ ਆਏਗਾ ਜੀ, ਸ਼ੀਟ ਦੀ ਮੈਂ ਜ਼ਿਕਰ ਕਰਨ ਲੱਗਾ ਸੀਗਾ। ਹਾਂ। ਤੇ ਜਤਿੰਦਰ ਹੋਣਾ ਨੇ ਗਾਈ ਵੀ ਹੈਗੀ ਆ, ਕਹਿੰਦਾ ਮੈਂ ਬਦਲ ਵਾਲਿਆਂ ਨੇ, ਕਿ ਸਮੁੰਦਰ ਤੋਂ ਨਹੀਂ ਡਰਦੇ ਕਿਨਾਰੇ ਦੇ ਘਰਾਂ ਵਾਲੇ। ਸਮੁੰਦਰ ਤੋਂ ਨਹੀਂ ਡਰਦੇ ਕਿਨਾਰੇ ਦੇ ਘਰਾਂ ਵਾਲੇ। ਸਮੁੰਦਰ ਤੋਂ ਨਹੀਂ ਡਰਦੇ ਕਿਨਾਰੇ ਦੇ ਘਰਾਂ ਵਾਲੇ, ਬੜਾ ਹੀ ਤੇਜ਼ ਉੜਦੇ ਨੇ ਪਰਿੰਦੇ ਬਿਨ ਪਰਾਂ ਵਾਲੇ। ਬਹੁਤ ਖੂਬ। ਬੜਾ ਹੀ ਤੇਜ਼ ਉੜਦੇ ਨੇ ਪਰਿੰਦੇ ਬਿਨ ਪਰਾਂ ਵਾਲੇ, ਸਾਡੀ ਸੋਚਣੀ ਦੇਖੋ ਕਿੰਨਾ ਚਿਰ ਸਾਂਭ ਰੱਖੇਗੀ। ਬੜੇ ਸ਼ੇਰ ਤੁਸੀਂ ਗੱਲ ਕਰਦੇ ਸੀਗੇ। ਸਾਡੀ ਸੋਚਣੀ ਦੇਖੋ ਕਿੰਨਾ ਚਿਰ ਸਾਂਭ ਰੱਖੇਗੀ, ਉਹੀ ਪਿੱਪਲ ਉਹੀ ਟੋਭੇ ਉਹ ਸੁੱਕੇ ਖੂਹ ਗਰਾਂ ਵਾਲੇ। ਸਾਡੀ ਸੋਚਣੀ ਦੇਖੋ ਕਿੰਨਾ ਚਿਰ ਸਾਂਭ ਰੱਖੇਗੀ, ਉਹੀ ਪਿੱਪਲ ਉਹੀ ਟੋਭੇ ਉਹ ਸੁੱਕੇ ਖੂਹ ਗਰਾਂ ਵਾਲੇ। ਸਕੂਨ ਲੈਣਾ ਅਗਰ ਹੋਵੇ ਕਿਸੇ ਝੁੱਗੀ 'ਚ ਜਾ ਬੈਠੋ, ਬੜੇ ਬੇਚੈਨ ਲੱਗਦੇ ਨੇ ਇਹ ਸੋਨੇ ਦੇ ਦਰਾਂ ਵਾਲੇ। ਬੜੇ ਬੇਚੈਨ ਲੱਗਦੇ ਨੇ ਇਹ ਸੋਨੇ ਦੇ ਦਰਾਂ ਵਾਲੇ। ਰਹੀ ਨਾ ਰਾਤ ਤੂੰ ਇੱਥੇ ਜ਼ਰਾ ਦਮ ਲੈ ਕੇ ਟੁਰ ਜਾਵੇਂ। ਰਹੀ ਨਾ ਰਾਤ ਤੂੰ ਇੱਥੇ ਜ਼ਰਾ ਦਮ ਲੈ ਕੇ ਟੁਰ ਜਾਵੇਂ, ਬੜੇ ਨਾਪਾਕ ਨੇ ਰਾਖੇ ਮੈਂ ਸੁਣਿਆ ਇਸ ਸਰਾਂ ਵਾਲੇ। ਬੜੇ ਨਾਪਾਕ ਨੇ ਰਾਖੇ ਮੈਂ ਸੁਣਿਆ ਇਸ ਸਰਾਂ ਵਾਲੇ। ਤੇ ਆਖਰੀ ਸ਼ੇਰ ਆਇਆ ਕਿ ਮੇਰੀ ਚੁੱਪ ਨੇ ਤੇਰੀ ਰੂਹ ਤੱਕ ਸੁਨੇਹਾ ਭੇਜ ਵੀ ਦਿੱਤਾ। ਮੇਰੀ ਚੁੱਪ ਨੇ ਤੇਰੀ ਰੂਹ ਤੱਕ ਸੁਨੇਹਾ ਭੇਜ ਵੀ ਦਿੱਤਾ। ਰਹੇ ਲੱਭਦੇ ਦਵਾਤਾਂ ਕਾਗਜ਼ਾਂ ਨੂੰ ਅੱਖਰਾਂ ਵਾਲੇ। ਰਹੇ ਲੱਭਦੇ ਦਵਾਤਾਂ ਕਾਗਜ਼ਾਂ ਨੂੰ ਅੱਖਰਾਂ ਵਾਲੇ। ਸਮੁੰਦਰ ਤੋਂ ਨਹੀਂ ਡਰਦੇ ਕਿਨਾਰੇ ਦੇ ਘਰਾਂ ਵਾਲੇ, ਬੜਾ ਹੀ ਤੇਜ਼ ਉੜਦੇ ਨੇ ਪਰਿੰਦੇ ਬਿਨ ਪਰਾਂ ਵਾਲੇ। ਬਹੁਤ ਖੂਬ ਤੁਹਾਡੀ ਇਹ ਗਜ਼ਲ। ਭੁਪਿੰਦਰ ਦਲੇਰ ਮਤਲਬ ਜੇ ਇਮਾਨਦਾਰੀ ਨਾਲ ਸੋਚੇ, ਉਹ ਆਪਣੇ ਆਪ ਨੂੰ ਮਤਲਬ ਜਿਹੜੀ ਅੱਜ ਦੀ ਸ਼ਾਇਰੀ, ਅੱਜ ਦੀ ਪੋਇਟਰੀ ਆ, ਚਾਹੇ ਉਹ ਐਬਸਟਰੈਕਟ ਲਿਖੀ ਜਾ ਰਹੀ, ਚਾਹੇ ਸਿੱਧੀ ਭਾਸ਼ਾ 'ਚ ਲਿਖੀ ਜਾ ਰਹੀ, ਜਿੱਦਾਂ ਤੁਹਾਡੀ ਬੜੀ ਖੂਬਸੂਰਤ, ਆਪਣੇ ਆਪ ਨੂੰ ਕਿੱਥੇ ਰੱਖ ਕੇ ਵੇਖਦੇ ਆ ਜਾਂ ਕੀ ਬਣਨਾ ਚਾਹੁੰਦੇ ਆ? ਹੋਰ 2 ਸਾਲ ਹੋ ਗਏ। 2 ਸਵਾਲ ਕਿੱਥੇ ਰੱਖ ਕੇ ਵੇਖਦਾ ਮਤਲਬ ਕਿ ਮੈਂ ਕਿਤੇ ਵੀ ਰੱਖਦਾ, ਮੈਂ ਤੇ ਆਪਣੇ ਨੂੰ ਬਹੁਤ ਥੱਲੇ ਰੱਖਦਾ। ਨਹੀਂ ਏਦਾਂ ਜਿੱਥੇ ਵੀ ਦੇਖਦਾ, ਜਿਹਨੂੰ ਵੀ ਸੁਣਦਾ, ਮੈਨੂੰ ਏਦਾਂ ਲੱਗਦਾ ਕਿ ਮੇਰੇ ਤੋਂ ਵਧੀਆ ਲਿਖਦਾ। ਜਦੋਂ ਮੈਂ ਕਿਸੇ ਦੀ ਤਾਰੀਫ ਕਰਦਾ ਤੇ ਦਿਲੋਂ ਤਾਰੀਫ ਕਰਦਾ ਤਾਂ ਮੈਨੂੰ ਲੱਗਦਾ ਕਿ ਇਹਨੇ ਬਹੁਤ ਅੱਛਾ ਲਿਖਿਆ ਹੈਗਾ। ਤੇ ਮੈਂ ਆਪਣੇ ਆਪ ਨੂੰ ਕਦੀ ਕਿਸੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੱਚ ਜਾਣਿਓ, ਮੈਂ ਨਹੀਂ ਕਹਿੰਦਾ ਕਿ ਫਲਾਣੀ ਕਿਸੇ ਨੇ ਗਜ਼ਲ ਨਾਲ ਮੇਰੀ ਗਜ਼ਲ ਦਾ ਮੁਕਾਬਲਾ ਕਰੋ, ਜਾਂ ਮੇਰੀ ਗਜ਼ਲ ਨੂੰ ਉਹਦੇ ਗਜ਼ਲ ਨਾਲ ਤੁਸੀਂ ਤੋਲ ਕੇ ਦੇਖੋਗੇ ਵਾਧੂ ਹੈਗੀ, ਉਹ ਵਧੀਆ ਹੈਗੀ ਹੈ। ਇਸ ਚੱਕਰ 'ਚ ਮੈਂ ਨਾ ਪਿਆ ਤੇ ਨਾ ਹੀ ਮੈਂ ਇਸ ਬਾਰੇ ਕਦੀ ਸੋਚਿਆ। ਸੱਚ ਪੁੱਛੋ ਤਾਂ ਦੂਜਾ ਸਵਾਲ ਤੁਹਾਡਾ ਇਹ ਹੈ ਕਿ ਮੈਂ ਇਸ ਬਾਰੇ ਕੀ ਸੋਚਿਆ ਨਹੀਂ। ਮੈਂ ਤਾਂ ਆਪਣੇ ਹਿੰਮਤ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ, ਆਪਣੇ ਸ਼ੌਕ ਦੇ ਮੁਤਾਬਕ ਜਿੰਨਾ ਮੈਂ ਲਿਖਣਾ ਲਿਖੀ ਜਾਂਦਾ। ਇਹ ਹੁਣ ਪੜ੍ਹਨ ਵਾਲੇ ਦਾ ਡਿਪੈਂਡ ਕਰਦਾ, ਜਾਂ ਮੈਨੂੰ ਸੁਣਨਾ ਡਿਪੈਂਡ ਕਰਦਾ ਮੈਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਹੋ, ਕਿਸ ਤਰ੍ਹਾਂ ਮੈਨੂੰ ਰਿਸਪੌਂਸ ਦੇਣਾ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਮਤਲਬ ਫੈਸਲਾ ਸਾਹਮਣੇ ਵਾਲੇ ਨੇ ਕਰਨਾ ਹੁੰਦਾ ਕਿ ਉਹ ਫਿਲਮ ਨੂੰ, ਦਰਸ਼ਕ ਨੂੰ, ਸੁਣਨ ਵਾਲੇ ਨੂੰ ਕਿੱਦਾਂ ਲੈ ਰਹੇ ਆ। ਇਹ ਪਿੱਛੇ ਜੇ ਆਪਾਂ ਗੱਲ ਵੀ ਕੀਤੀ, ਪਿਛਲੀ ਵਾਰ ਵੀ ਕੀਤੀ, ਤੁਸੀਂ ਇੱਕ ਫਿਲਮ ਪ੍ਰੋਡਿਊਸ ਕਰ ਰਹੇ ਹੁਣ ਆ ਕੇ, ਆਪਣੀ ਪਹਿਲਾਂ ਗੱਲ ਹੋਈ, ਤੁਸੀਂ ਉਹਦੇ ਵਿੱਚ ਪਾਰਟ ਵੀ ਕੀਤਾ, ਉਹਨੂੰ ਪ੍ਰੋਡਿਊਸ ਵੀ ਕਰ ਰਹੇ ਹੋ, ਬੰਬੇ ਤੋਂ ਆ ਰਹੇ ਆ ਤੁਸੀਂ ਕੱਲ। ਤੇ ਇਹ ਕਿੱਦਾਂ ਸਬੱਬ ਬਣਿਆ ਮਤਲਬ ਫਿਲਮ ਵੱਲ ਆਉਣਾ, ਉਹਨੂੰ ਪ੍ਰੋਡਿਊਸ ਕਰਨਾ? ਕੀ ਕਹਿਣਾ ਚਾਹੋਗੇ ਇਹਦੇ ਮਸਲੇ ਦੇ ਵਿੱਚ? ਜਦੋਂ 5-6 ਸਾਲ ਪਹਿਲਾਂ ਇੱਥੇ ਆਇਆ ਸੀ ਤਾਂ ਉਸ ਵੇਲੇ ਮੈਂ ਬਹੁਤ ਗੱਲਾਂ ਇਹ ਸੁਣੀਆਂ ਕਿ ਪੰਜਾਬ ਜਿਹੜਾ ਯੂਥ ਹੈ ਨਾ, ਉਹ ਡਰੱਗਸ ਵਾਲੇ ਪਾਸੇ ਪੈ ਗਿਆ ਔਰ ਜਵਾਨੀ ਜਿਹੜੀ ਨਾ ਖਰਾਬ ਹੁੰਦੀ ਜਾ ਰਹੀ ਹੈਗੀ। ਤੇ ਜਦੋਂ ਉੱਥੇ ਆ ਕੇ ਮੈਂ ਲੋਕਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਦਾ ਸੀਗਾ, ਤੇ ਉਹਨਾਂ ਨੂੰ ਯਕੀਨ ਤਾਂ ਨਹੀਂ ਸੀ ਆਉਂਦਾ ਵੀ ਇੱਦਾਂ ਵੀ ਹੋ ਰਿਹਾ ਹੈਗਾ, ਲੋਕੀ ਇਸ ਤਰ੍ਹਾਂ ਵੀ ਕਰ ਸਕਦੇ ਬੱਚੇ ਉੱਥੇ। ਤੇ ਮੈਂ ਸੋਚਿਆ ਇਹਨਾਂ ਨੂੰ ਕਿੱਦਾਂ ਸਮਝਾਇਆ ਜਾਵੇ ਕਿ ਡਰੱਗ ਬੁਰੀ ਬਲਾ ਹੈਗੀ ਆ। ਉੱਥੇ ਬੱਚੇ ਡਰੱਗਾਂ 'ਚ ਪੈਂਦੇ ਹੈਗੇ, ਇਹ ਨਹੀਂ ਕਿ ਇੱਥੇ ਡਰੱਗਾਂ 'ਚ ਪੈਂਦੇ ਹੈਗੇ, ਉੱਥੇ ਡਰੱਗਾਂ 'ਚ ਪੈਂਦੇ ਆ। ਤੇ ਮੈਂ ਸੋਚਿਆ ਕਿ ਉੱਥੇ ਦੇ ਬੱਚਿਆਂ ਨੂੰ ਜੇ ਕੋਈ ਸਮਝਾਉਣਾ ਹੋਵੇ ਤੇ ਇੱਕ ਤਰੀਕਾ ਹੈਗਾ ਵੀ ਉਹਨਾਂ ਨੂੰ ਤੁਸੀਂ ਕੋਈ ਪੈਂਫਲੇਟ ਬਣਾ ਕੇ ਦਿਓ, ਉਹ ਪੜ੍ਹ ਲੈਣ।
ਹੁਣ 90% ਦੇ ਬੱਚੇ ਉੱਥੋਂ ਦੇ ਹੈਗੇ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਜੇ ਆਉਂਦੀ ਵੀ ਹੋਵੇ ਤਾਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਪੜ੍ਹਨ ਦਾ। ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਕਰ ਦਿੰਦੇ ਹੋ ਤਾਂ ਵੀ ਫਿਰ ਮੈਂ ਸੋਚਿਆ ਜਿਹੜਾ ਮੀਡੀਅਮ ਫਿਲਮ ਦਾ ਹੈਗਾ ਨਾ, ਇਹਦੇ ਥਰੂ ਇਹਨਾਂ ਦੇ ਕੋਲ ਸੁਨੇਹਾ ਪਹੁੰਚਾਇਆ ਜਾਵੇ। ਹਾਂਜੀ, ਫਿਲਮ ਤੇ ਬੈਠ ਕੇ ਸ਼ਾਇਦ ਦੇਖ ਲੈਣ, ਇੰਟਰਸਟ ਬੁਝਾ ਰਵੇ ਇਹ ਕਰਕੇ। ਤੇ ਇਸ ਚੀਜ਼ ਦੀ ਬੈਕਗਰਾਉਂਡ ਮੇਰੇ ਦਿਮਾਗ 'ਚ ਆਈ ਤੇ ਮੈਂ ਸੋਚਿਆ ਕੋਈ ਫਿਲਮ ਬਣਾਈ ਜਾਵੇ ਜਿਹਦਾ ਬੇਸਿਕ ਜਿਹੜਾ ਹੈਗਾ ਥੀਮ ਉਹ ਡਰੱਗਸ ਦਾ ਹੋਵੇ, ਕਿਸ ਤਰ੍ਹਾਂ ਯੂਥ ਡਰੱਗ 'ਚ ਪੈ ਰਿਹਾ ਤੇ ਕਿਸ ਤਰ੍ਹਾਂ ਨਾਲ ਬਚਾਇਆ ਜਾ ਸਕਦਾ ਹੈ। ਨਾਲ ਨਾਲ ਉਸ ਫਿਲਮ ਦੇ ਵਿੱਚ ਜਿਹੜੀਆਂ ਸਮਾਜਿਕ ਕੁਰੀਤੀਆਂ ਹੈਗੀਆਂ ਜਾਂ ਸਮਾਜਿਕ ਊਣਤਾਈਆਂ ਹੈਗੀਆਂ ਉਹ ਵਿੱਚ ਲਿਆਂਦੀਆਂ ਗਈਆਂ ਹੈਗੀਆਂ। ਤੇ ਇਸ ਤਰੀਕੇ ਨਾਲ ਮੇਰੇ ਦਿਮਾਗ 'ਚ ਚੱਲਿਆ ਤੇ ਉਹ ਹੁਣ ਆਲਮੋਸਟ ਕੰਪਲੀਟ ਹੈਗੀ। ਕਰੋਨਾ ਕਰਕੇ ਥੋੜ੍ਹੀ ਜਿਹੀ ਲੇਟ ਹੋ ਗਈ ਹੈ, ਨਹੀਂ ਤਾਂ ਫਿਲਮ ਆਲਮੋਸਟ ਕੰਪਲੀਟ ਹੈਗੀ, ਹੁਣ ਡਬਿੰਗ ਹੋਈ ਹੈ, ਸਾਰਾ ਕੁਛ ਹੋ ਗਿਆ ਉਹਦਾ। ਚੱਲ ਹੋਰ ਵੀ ਜਿਸ ਤਰ੍ਹਾਂ ਫਿਲਮ ਬਾਰੇ ਤੁਸੀਂ ਸੋਚ ਲਿਆ, ਉਹ ਤੁਸੀਂ ਉਹਨੂੰ ਲਿਖ ਲਿਆ, ਪਰ ਬੰਬੇ ਵਰਗੇ ਮਤਲਬ ਸਿਟੀ 'ਚ ਪ੍ਰਵੇਸ਼ ਕਰਨਾ ਕਿਹੜੇ ਕਿਹੜੇ ਲੋਕਾਂ ਦੀ ਕੋਈ ਸੰਪਰਕ 'ਚ ਆਏ ਜਾਂ ਕਿੱਦਾਂ ਉਹਨਾਂ ਨੇ ਸਾਰੀ ਸਲਾਹ ਦਿੱਤੀ? ਕਿਉਂਕਿ ਤੁਸੀਂ ਤੇ ਉੱਥੇ ਅਮਰੀਕਾ ਬੈਠੇ ਆ ਤੇ ਉਹਨੂੰ ਫਿਲਮ ਨੂੰ ਲੈ ਕੇ ਆਉਣਾ ਸਾਨੂੰ ਵੀ ਉਡੀਕ ਆ ਕਿ ਤੁਸੀਂ ਕਿਹਾ ਕਿੰਨਾ ਲੋਕਾਂ ਦੀ ਮਦਦ ਲਈ, ਕਿਸੇ ਬੰਬੇ ਵਾਲੇ ਦੀ, ਪੰਜਾਬ ਵਾਲੇ ਦੀ, ਉਹਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਦੱਸ ਦਿਓ। ਮਤਲਬ ਬੰਬੇ ਤੋਂ ਸਾਡੀ ਮਦਦ ਨਹੀਂ ਲਈ ਵਿਸ਼ਾਲ ਜੀ, ਕਿਉਂਕਿ ਬੰਬੇ ਜਿਹੜੀ ਪਹੁੰਚ ਜਿਹੜੀ ਸੀ ਨਾ, ਮੇਰੇ ਕੋਲ ਇੰਨਾ ਵਕਤ ਹੀ ਨਹੀਂ ਸੀਗਾ, ਨਾ ਮੇਰੇ ਤੋਂ ਇੰਨਾ ਟਾਈਮ ਦੇ ਹੋਣਾ ਸੀਗਾ ਮੈਂ ਉੱਥੇ ਕਿ ਇੱਥੇ ਪਹੁੰਚ ਕਰਦਾ। ਤੇ ਮੈਂ ਇੱਥੇ ਲੋਕਲ ਪ੍ਰੋਡਿਊਸਰ, ਲੋਕਲ ਡਾਇਰੈਕਟਰ ਮੁੰਡੇ ਨੇ ਫੜੇ ਹੈਗੇ, ਜਸਵੰਤ ਮਿੰਟੂ ਹੋਣੇ, ਜਿਹੜੇ 5-6 ਫਿਲਮਾਂ ਪਹਿਲਾਂ ਬਣਾ ਚੁੱਕੇ ਨੇ ਪੰਜਾਬੀ ਦੀਆਂ, ਤੇ ਲੋਕਲ ਹੀ ਅਦਾਕਾਰ ਜਿਹੜੇ ਸੀਗੇ ਉਹ ਮੈਂ ਫੜੇ ਹੈਗੇ ਆ। ਮੇਨ ਰੋਲ ਹੈਗਾ ਕੁੜੀ ਦਾ ਮਨਜੀਤ ਕੈਦੀ, ਜਿਹੜੀ ਤੁਹਾਡੇ ਸਟੇਜ ਦੀ ਬਹੁਤ ਵੱਡੀ ਐਕਟਰੈਸ ਹੈਗੀ ਹੈ। ਠੀਕ ਆ। ਤੇ ਕੁਦੇਸਨ ਫੇਮ ਦੀ ਕੁੜੀ, ਤੇ ਉਹਦਾ ਮੇਨ ਰੋਲ ਹੈਗਾ। ਤੇ ਇੱਕ ਮੁੰਡਾ ਸੁਦੇਸ਼ ਵਿੰਕਲ ਹੈਗਾ, ਤੇ ਉਹਨਾਂ ਲਈ ਲੈ ਕੇ ਮੈਂ ਇੱਥੇ ਲੋਕਲੀ ਸਾਰਾ ਕੁਝ ਪ੍ਰੋਡਿਊਸ ਕੀਤਾ। ਸਿਰਫ ਮੈਂ ਸੌਂਗ ਤੋਂ ਬਣਵਾਏ ਸੀਗੇ, ਉਹ ਬੰਬੇ ਤੋਂ ਬਣਵਾਏ ਸੀਗੇ, ਬਾਕੀ ਸਾਰਾ ਲੋਕਲੀ ਟੈਲੈਂਟ ਹੈਗਾ। ਤੁਸੀਂ ਮਤਲਬ ਹੁਣ ਚਲੋ ਉਹਦੇ ਤੇ ਫਿਲਮ ਨੂੰ ਪ੍ਰੋਡਿਊਸ ਵੀ ਕਰ ਦਿੱਤਾ ਸਾਰਾ ਕੁਛ, ਤੇ ਤੁਹਾਨੂੰ ਲੱਗਦਾ ਕਿ ਜਿਹੜੀ ਮੈਂ ਗੱਲ ਕਨਵੇ ਕਰਨਾ ਚਾਹੁੰਦਾ ਸੀ ਮੈਸੇਜ ਇਸ ਫਿਲਮ ਰਾਹੀਂ ਮੈਂ ਉਹ ਕਰ ਦਿੱਤਾ ਸਾਰਾ ਕੁਛ? ਕੋਸ਼ਿਸ਼ ਤਾਂ ਕੀਤੀ ਹੈ ਜੀ, ਹੁਣ ਇਹ ਤੁਹਾਨੂੰ ਦੇਖਣ ਨਾਲ ਪਤਾ ਹੋਏਗਾ ਕਿ ਮੈਂ ਕਹਿ ਸਕਿਆ ਕੁਝ ਕਿ ਨਹੀਂ ਕਹਿ ਸਕਿਆ। ਕੋਸ਼ਿਸ਼ ਤਾਂ ਕੀਤੀ ਗਈ ਹੈ। ਬੇਸਿਕ ਦੋ ਹੀ ਚੀਜ਼ਾਂ ਨੂੰ ਚਲੀਆਂ ਹੈਗੀਆਂ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਕੇਸਾਂ ਦੀ ਗੱਲ ਵੀ ਉਹ 'ਚ ਕੀਤੀ ਗਈ ਹੈ। ਮੇਨ ਜਿਹੜੀ ਹੈਗੀ ਆ ਇੱਥੇ ਲੋਕੀ ਮੁੰਡੇ ਆਪਣੇ ਜਿਹੜੇ ਹੈਗੇ ਆ ਕਿੱਦਾਂ ਡਰੱਗਾਂ 'ਚ ਪੈ ਕੇ ਕੇਸ ਕਤਲ ਕਰਾ ਦਿੰਦੇ ਹੈਗੇ ਆ, ਕਿੱਦਾਂ ਅਮਰੀਕਾ ਜਾਂਦੇ ਸਭ ਤੋਂ ਪਹਿਲਾਂ ਲੜਾਈ 'ਤੇ ਜਾ ਕੇ ਕੇਸ ਕਤਲ ਕਰਦੇ ਹੈਗੇ ਆ। ਇੱਥੇ ਵੀ ਕਰਕੇ ਜਿੱਦਾਂ ਹੁਣ ਡਰੱਗਾਂ ਦੀ ਗੱਲ ਕੀਤੀ ਹੈਗੀ ਆ, ਸਮਾਜਿਕ ਕੁਰੀਤੀਆਂ ਦੀ ਗੱਲ ਕੀਤੀ ਹੈਗੀ ਆ, ਤਾਂ ਆਪਣੇ ਨਾਲ ਤਾਂ ਕੋਸ਼ਿਸ਼ ਕੀਤੀ ਹੈ ਵੀ ਜਿੰਨੀਆਂ ਵੀ ਸਮੱਸਿਆਵਾਂ ਸਾਡੇ ਕੋਲ ਇੱਥੇ ਪੰਜਾਬ 'ਚ ਹੈਗੀਆਂ, ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਸੀਨ ਦੇ ਵਿੱਚ ਹਲਕਾ ਉਹਨਾਂ ਦਾ ਜ਼ਿਕਰ ਕੀਤਾ ਜਾਵੇ। ਤੇ ਬਾਕੀ ਤਾਂ ਦਰਸ਼ਕਾਂ 'ਤੇ ਡਿਪੈਂਡ ਕਰਦਾ। ਇੱਕ ਗੱਲ ਹੋਰ ਜਿਹੜੀ ਮੇਰੇ ਮਨ 'ਚ ਸਵਾਲ ਆ ਰਿਹਾ ਕਿ ਜਿਵੇਂ ਅੱਜ ਦਾ ਜਿਹੜਾ ਯੂਥ ਆ, ਹਾਂਜੀ, ਇੱਥੇ ਤੁਸੀਂ ਪੁੱਲ ਦਾ ਕੰਮ ਕਰਦੇ ਆ, ਆਉਂਦੇ ਆ, ਜਾਂਦੇ ਆ, ਹੁਣ ਅੱਜ ਹਿੰਦੁਸਤਾਨ ਦੇ ਵਿੱਚ ਪੰਜਾਬੀ ਸੂਬੇ ਤੇ ਕੀ ਬਾਹਰਲੇ ਸੂਬਿਆਂ 'ਚ ਵੀ ਉਹੀ ਹਾਲ ਆ। ਅੱਜ ਦਾ ਯੂਥ ਆ ਜਿਹੜਾ ਉਹ ਲਗਾਤਾਰ ਮਤਲਬ 15 ਤੋਂ ਲੈ ਕੇ 20 ਤੋਂ 25 ਤੋਂ 30 ਲੱਖ ਰੁਪਈਆ ਹੱਥ 'ਚ ਲਈ ਫਿਰਦੇ ਵੀ ਅਸੀਂ ਅਮਰੀਕਾ ਚਲ ਜਾਈਏ, ਕੈਨੇਡਾ ਚਲ ਜਾਈਏ। ਤੇ ਮਤਲਬ ਕਿਉਂ ਭੱਜ ਰਿਹਾ? ਤੁਸੀਂ ਕੀ ਸਮਝਦੇ ਇਹਦੇ ਕਾਰਨ ਕੀ ਆ? ਨਾਲ ਹੀ ਇਹਦੇ ਸਵਾਲ ਉਹਨਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਮੈਂ ਸਮਝਦਾ ਕਿ ਸਾਡਾ ਜਿਹੜਾ ਯੂਥ ਹੈ ਨਾ ਉਲਝਿਆ ਹੋਇਆ। ਜਿਹੜੇ ਬਾਹਰ ਜਾਂਦੇ ਹੈਗੇ ਆ ਉਹ ਇਹਨਾਂ ਨੂੰ ਐਸੇ ਵੱਡੇ ਵੱਡੇ ਸੁਪਨੇ ਦਿਖਾਉਂਦੇ ਆ ਵੀ ਬਾਹਰ ਆ ਕੇ ਆਹ ਹੋ ਜਾਂਦਾ, ਉਹ ਹੋ ਜਾਂਦਾ। ਉਦੋਂ ਵੈਸਟਰਨ ਟੀਵੀ ਇੱਥੇ ਆ ਗਈ ਹੈਗੀ ਆ ਕਿ ਦੇਖਦੇ ਹੈਗੇ ਆ, ਉੱਥੋਂ ਦੀ ਸਫਾਈ ਦੇਖਦੇ ਆ, ਉੱਥੋਂ ਕਲਚਰ ਦੇਖਦੇ ਹੈਗੇ ਆ, ਉੱਥੋਂ ਦਾ ਰਹਿਣ ਸਹਿਣ ਦਾ ਢੰਗ ਦੇਖਦੇ ਹੈਗੇ ਆ। ਜਿਹੜੀਆਂ ਚੀਜ਼ਾਂ ਥੋੜ੍ਹੇ ਇੱਥੇ ਲਗਜ਼ਰੀ ਗਿਣੀਆਂ ਜਾਂਦੀਆਂ ਹੈ ਉੱਥੇ ਨੈਸੈਸਿਟੀ ਹੁੰਦੀਆਂ ਹੈਗੀਆਂ। ਅਤੇ ਯੂਥ ਭੱਜਦਾ ਬਾਹਰ ਨੂੰ ਇਸ ਕਰਕੇ ਫਾਇਦਾ ਹੈਗਾ ਕਿ ਆਪਣੇ ਦੇਸ਼ ਦੇ ਵਿੱਚ ਇੱਥੇ ਜਿਹਨੂੰ ਆਪਾਂ ਅੰਗਰੇਜ਼ੀ ਕਹਿੰਦੇ ਡਿਗਨਿਟੀ ਆਫ ਲੇਬਰ ਉਹ ਨਹੀਂ ਹੈਗੀ। 15 ਲੱਖ ਰੁਪਈਆ ਲਾ ਕੇ ਤੁਸੀਂ ਬੱਚਾ ਬਾਹਰ ਜਾਣ ਦਾ ਤਿਆਰ ਹੈਗਾ। ਜੇ ਇਹਨੂੰ ਕਹੋਗੇ ਨਾ 15 ਲੱਖ ਰੁਪਈਆ ਤੇ ਦਿੰਦਾ ਕਾਕਾ ਤਾਂ ਇੱਥੇ ਸ਼ਾਮ ਨੂੰ ਫਰੂਟ ਦੀ ਰੇਹੜੀ ਲਾ ਲਾ, ਸ਼ਾਮ ਤੱਕ 500 ਰੁਪਈਆ ਕਮਾਏਗਾ, ਉਹ ਨਹੀਂ ਕਰੇਗਾ। ਘਰ ਦੇ ਵੀ ਤੁਸੀਂ ਲਾਇਆ ਹੋਇਆ ਹੈਗਾ, ਰਾਜ ਲਾਇਆ ਹੋਇਆ ਹੈਗਾ। ਰਾਜ ਦਾ ਜੋ ਕੰਮ ਨਹੀਂ ਆਇਆ, ਜਿਹੜਾ ਕੰਮ ਕਰਦਾ ਉਹਨੂੰ ਇੱਟਾਂ ਬਣਾਉਂਦਾ ਹੈਗਾ। ਮੁੰਡਾ ਜਵਾਨ ਘਰ ਬੈਠਾ ਵਿਹਲਾ, ਤੁਸੀਂ ਇਹਨੂੰ ਕਹੋ ਕਾਕਾ ਦੇ ਤਾਂ ਕਰ, ਇਹਦਾ ਰਾਜ ਦਿਹਾੜੀ ਭੱਜਣੀ ਹੈਗੀ ਆ, ਤੂੰ ਨਹੀਂ ਇੱਟਾਂ ਫੜਾ ਦੇ, ਮਜ਼ਦੂਰੀ ਦਾ ਕੰਮ ਅੱਜ ਦਾ ਦਿਨ ਤੂੰ ਲਾ, ਤੈਨੂੰ 300 ਰੁਪਈਆ ਦੇ ਦੂੰਗਾ। ਉਹ ਮੁੰਡਾ ਨਹੀਂ ਕਰੇਗਾ। ਬਾਪੂ ਮੈਂ ਕਿਉਂ ਕਰਾਂ? ਡਿਗਨਿਟੀ ਆਫ ਲੇਬਰ ਤਾਂ ਹੈ ਹੀ ਨਹੀਂ ਇੱਥੇ। ਵੰਡੀਆਂ ਪਾਈਆਂ ਹੋਈਆਂ ਹੈਗੀਆਂ, ਮੈਂ ਆਹ ਨਹੀਂ ਕਰਨਾ, ਮੈਂ ਆਹ ਨਹੀਂ ਕਰਨਾ, ਉਹਦਾ ਕੰਮ ਆ, ਉਹਦਾ ਕੰਮ ਆ। ਜੇ ਇਹੀ ਬੰਦੇ ਜਿਹੜੇ ਇੱਥੇ ਡਿਗਨਿਟੀ ਆਫ ਲੇਬਰ ਦੇ ਕੰਮ ਨਹੀਂ ਕਰਦੇ, ਇਹੀ ਬੱਚੇ ਨਾਲ ਬਾਹਰ ਜਾਂਦੇ ਆ ਨਾ, ਤੇ ਏਅਰਪੋਰਟਾਂ 'ਤੇ ਝਾੜੂ ਮਾਰਦੇ ਆ, ਬਾਥਰੂਮ ਨੂੰ ਜਾ ਕੇ ਸਾਫ਼ ਕਰਦੇ ਆ, ਕੈਲੀਫੋਰਨੀਆ ਜਾ ਕੇ ਯੂਨੀਵਰਸਿਟੀ ਪੌੜੀਆਂ ਜਾ ਕੇ ਦਰਖਤਾਂ ਚੜ੍ਹ ਕੇ ਫਰੂਟ ਤੋੜਦੇ ਹੈਗੇ ਆ।
ਕਿ ਉੱਥੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਸੋ ਜਿੰਨਾ ਚਿਰ ਸਾਡੇ ਦਿਮਾਗ 'ਚ ਇਹ ਨਹੀਂ ਨਾ ਆਉਂਦਾ ਕਿ ਜਿਹੜਾ ਕੰਮ ਕਰਨਾ ਇਹ ਕੰਮ ਕੋਈ ਵੀ ਮਾੜਾ ਨਹੀਂ ਹੈਗਾ। ਉਹ ਜਿਹੜਾ ਮਜ਼ਦੂਰ ਆ ਉਹ ਕੰਮ ਕਰਦਾ, ਲੇਬਰ ਦਾ ਕੰਮ ਕਰਕੇ ਆਉਂਦਾ, ਸ਼ਾਮ ਨੂੰ ਜੋ ਜਾਂਦਾ ਹੈਗਾ ਬਾਹਰ ਦੇ ਵਿੱਚ ਉਹ ਵੀ ਉੱਥੇ ਬੈਠਾ ਹੁੰਦਾ, ਜਿਹੜਾ ਬਲੂ ਕਲਰ ਦਾ ਜਿਹੜਾ ਹੈਗਾ ਦਫ਼ਤਰ ਝੁੱਟ ਗਿਆ ਉਹ ਵੀ ਉੱਥੇ ਬੈਠਾ ਹੁੰਦਾ ਹੈਗਾ। ਦੈਰ ਆਲ ਟੂਗੇਦਰ। ਉਹਦੀ ਵੰਡੀਆਂ ਨਹੀਂ ਪਾਈਆਂ ਹੋਈਆਂ ਕਿ ਆਹ ਕੰਮ ਤੂੰ ਕਰਨਾ ਤੇ ਆਹ ਕੰਮ ਮੈਂ ਨਹੀਂ ਕਰ ਸਕਦਾ। ਜਦੋਂ ਚਿਰ ਇਹ ਨਹੀਂ ਨਾ ਆਉਂਦਾ ਉਹਨਾਂ ਦੇ ਸਾਡੇ ਯੂਥ ਦੇ ਦਿਮਾਗ 'ਚੋਂ ਇਹ ਗੱਲ ਨਹੀਂ। ਇੱਕ ਗੱਲ ਹੋਰ ਆ ਇੱਥੇ, ਮਤਲਬ ਮੈਨੂੰ ਲੱਗਦਾ ਵੀ ਤੁਹਾਨੂੰ ਇੱਕ ਸਵਾਲ, ਬੜੇ ਔਖੇ ਸਵਾਲ ਦਾ ਸਾਹਮਣਾ ਕਰਨਾ ਪੈਣਾ ਹੁਣ। ਜਦੋਂ ਤੁਸੀਂ ਇੱਕ ਇੰਨੀ ਅੱਛੀ ਨੌਕਰੀ ਤੇ ਸੀ, ਮਤਲਬ ਹੁਣ ਹੋ ਸਕਦਾ ਤੁਸੀਂ ਲਗਾਤਾਰ ਲੱਗੇ ਹੁੰਦੇ ਤੇ ਹੁਣ ਇਸ ਵੇਲੇ ਮਤਲਬ ਬ੍ਰਿਗੇਡੀਅਰ ਰਿਟਾਇਰ ਹੋਏ ਹੁੰਦੇ ਜਾਂ ਬ੍ਰਿਗੇਡੀਅਰ ਰਿਟਾਇਰ ਹੋਣ ਤੱਕ ਹੁੰਦੇ। ਹਾਂ, ਤੇ ਮੇਜਰ ਦੀ ਜੌਬ ਛੱਡ ਕੇ ਮਤਲਬ ਇੰਨੀ ਰਿਸਪੈਕਟੇਬਲ ਆਫੀਸਰ ਦੀ ਫੌਜ ਦੇ ਵਿੱਚ ਜੌਬ ਹੋਣਾ, ਮਤਲਬ ਬਹੁਤ ਰਿਸਪੈਕਟੇਬਲ ਜੌਬ ਆ, ਬਹੁਤ ਜ਼ਿੰਮੇਵਾਰੀ ਵਾਲੀ ਜੌਬ ਆ। ਤੇ ਤੁਸੀਂ ਮੇਜਰ ਦੀ ਜੌਬ ਛੱਡ ਕੇ ਤੇ ਇੱਥੇ ਜਿਵੇਂ ਤੁਹਾਡੇ ਪਿਤਾ ਜੀ ਦਾ ਕੰਮ ਦੂਜਾ ਸਾਰਾ ਕੁਝ ਤੇ ਉਹ ਛੱਡ ਕੇ ਤੁਸੀਂ ਕਿਉਂ ਚੁਣਿਆ ਸੀ ਫਿਰ ਵੀ ਬਾਹਰ ਜਾਣਾ? ਠੀਕ ਹੈ, ਮੇਰੀ ਸਿਚੁਏਸ਼ਨ ਥੋੜੀ ਵੱਖਰੀ ਸੀ। ਮੈਂ ਆਪਣੀ ਮਾਂ ਦਾ ਕੱਲਾ ਪੁੱਤ ਸੀਗਾ। ਮੇਰੇ ਪੇਰੈਂਟਸ, ਮੇਰੀ ਸਿਸਟਰ, ਸਾਰੀ ਫੈਮਿਲੀ 70 ਤੋਂ ਪਹਿਲਾਂ ਅਮਰੀਕਾ ਗਈ ਹੋਈ ਸੀ। ਅੱਛਾ, ਠੀਕ। ਮੈਂ ਇਕੱਲਾ ਸੀ ਇੱਥੇ ਆਰਮੀ ਦੇ ਵਿੱਚ। ਮੈਂ ਸਭ ਆਪਣੇ ਘਰ ਦੇ ਵਿੱਚੋਂ ਇੱਥੇ ਇਕੱਲਾ ਸੀਗਾ ਤੇ ਲੜਾਈ ਵੀ ਲੜ ਲਈ। ਉਦੋਂ ਮੈਂ ਕੈਪਟਨ ਸੀ 71 ਦੇ ਵਾਰ ਦੇ ਵਿੱਚ। ਤੁਹਾਡੀ ਗੱਲ ਠੀਕ ਹੈ। ਜਿਹੜੇ ਮੈਂ ਜਦੋਂ ਕੈਪਟਨ ਸੀ 71 ਦੇ ਵਾਰ ਦੇ ਵਿੱਚ, ਮੇਰੇ ਨਾਲ ਜਿਹੜੇ ਅਫਸਰ ਸੀਗੇ, ਜੇ ਸੈਕੰਡ ਲੈਫਟੀਨੈਂਟ ਸੀ, ਉਹ ਲੈਫਟੀਨੈਂਟ ਜਨਰਲ ਬਣ ਕੇ ਰਿਟਾਇਰ ਹੋਏ ਨੇ, ਜਿਹੜੇ ਫੌਜ 'ਚ ਰਹਿ ਗਏ, ਉਹ ਜਨਰਲ ਬਣ ਕੇ ਰਿਟਾਇਰ ਹੋਏ ਨੇ। ਮੈਂ ਤੇ ਇੱਕ ਹੋਰ ਮੁੰਡਾ ਸੀਗਾ BM ਕਪੂਰ, ਬਹੁਤ ਕੈਪਟਨ ਸੀਗੇ। BM ਕਪੂਰ ਵਾਈਸ ਚੀਫ ਆਫ ਦ ਇੰਡੀਅਨ ਆਰਮੀ ਬਣ ਕੇ ਰਿਟਾਇਰ ਹੋਇਆ। ਸੋ what I'm saying ਹੈ ਕਿ ਜੇ ਰਹਿ ਜਾਂਦਾ ਕੀ ਪਤਾ ਕਿੱਥੇ ਜਾਂਦਾ, ਕਿੱਥੇ ਤੱਕ ਨਹੀਂ ਜਾਂਦਾ। ਪਰ ਮੇਰੇ ਘਰਦਿਆਂ ਨੇ ਇੰਨਾ ਪ੍ਰੈਸ਼ਰ ਪਾਇਆ ਕਿ ਯੂ ਹੈਵ ਟੂ ਕਮ। ਤੇ ਇਸ ਕਰਕੇ ਹਾਲਾਂਕਿ ਮੈਂ ਇੱਕ ਹੋਰ ਮਜ਼ੇ ਗੱਲ ਦੱਸਦਾ ਕਿ ਮੈਂ 83 'ਚ ਗਿਆ ਸੀਗਾ। ਮੈਨੂੰ ਅਮਰੀਕਾ ਪਸੰਦ ਹੀ ਨਹੀਂ ਆਇਆ। ਅੱਛਾ। ਔਰ ਮੈਂ ਇੱਦਾਂ ਨਹੀਂ ਗਿਆ ਸੀਗਾ ਵੀ ਇਲੀਗਲ ਗਿਆ ਹੋਊਗਾ। ਉਹਨਾਂ ਨੇ ਵੀ ਤੁਹਾਨੂੰ 에ਅਰਪੋਰਟ ਦੇ ਉੱਤਰ ਜਾਂ ਗ੍ਰੀਨ ਕਾਰਡ ਦੇ ਦਿੰਦੇ ਸੀਗੇ, ਇਮੀਗ੍ਰੇਸ਼ਨ ਦਾ ਮਿਲ ਗਿਆ। ਮੈਨੂੰ ਅਮਰੀਕਾ ਪਸੰਦ ਨਹੀਂ ਆਇਆ। ਮੈਂ ਘਰਦਿਆਂ ਨੇ ਕਿਹਾ, ਮੈਂ ਕਿਹਾ ਮੈਂ ਇੱਥੇ ਕਿਉਂ ਆਵਾਂ? ਮੇਰੇ ਕੋਲ ਪਿੰਡ ਜ਼ਮੀਨ ਹੈਗੀ ਆ, ਘਰ ਹੈਗਾ, ਨੌਕਰ ਚਾਕਰ ਸਾਰਾ ਕੁਝ ਹੈਗਾ। ਵਾਈ ਸ਼ੁਡ ਆਈ ਕਮ ਓਵਰ ਹੇਅਰ? ਫਿਰ ਮੈਂ ਉੱਥੋਂ ਆਉਣ ਲੱਗਾ ਵਾਪਸ। 6 ਮਹੀਨੇ ਮੈਂ ਰਿਹਾ। ਆਉਣ ਲੱਗਾ, ਮੁੜ ਕੇ ਮੈਂ ਰੀ ਐਂਟਰੀ ਪਰਮਿਟ ਲੈ ਆਇਆ ਤਾਂ ਕਿ ਤੁਸੀਂ ਜਾ ਕੇ ਆਪਣਾ ਵੀਜ਼ਾ ਤੋਂ ਲਵਾ ਸਕੋ ਨਾ, 2 ਸਾਲ ਦਾ। 85 'ਚ ਫਿਰ ਗਿਆ। ਫਿਰ ਵੀ ਮੇਰਾ ਦਿਲ ਨਹੀਂ ਲੱਗਾ ਉੱਥੇ, ਫਿਰ ਮੁੜ ਕੇ ਆ ਗਿਆ। ਸੋ 3 ਵਾਰੀ ਮੈਂ ਅਮਰੀਕਾ ਤੋਂ ਮੁੜ ਕੇ ਆਇਆ, ਮੇਰਾ ਦਿਲ ਨਹੀਂ ਲੱਗਦਾ। 86 'ਚ ਅਲਟੀਮੇਟਲੀ ਅਸੀਂ ਪਹਿਲਾਂ ਕਹਿੰਦੇ ਨਾ, ਅਲਟੀਮੇਟਲੀ ਫਿਰ ਮੈਂ ਵਿਦ ਫੈਮਿਲੀ 86 ਗਿਆ। ਠੀਕ ਹੈ, ਠੀਕ। ਫਿਰ ਨਹੀਂ ਮੁੜਿਆ ਮੈਂ। ਇੱਕ ਗੱਲ ਹੋਰ ਮੇਜਰ ਸਾਹਿਬ, ਜ਼ਿੰਦਗੀ ਦਾ ਤੁਸੀਂ ਆਰਮੀ 'ਚ ਵੀ ਰਹਿ ਕੇ, ਅਮਰੀਕਾ 'ਚ ਵੀ ਰਹਿ ਕੇ ਬਹੁਤ ਸਾਰੇ ਦੋਸਤਾਂ ਨੂੰ ਮਿਲੇ। ਤੁਹਾਡਾ ਆਪਣਾ ਲਿਟਰੇਰੀ ਬਹੁਤ ਵੱਡਾ ਦਾਇਰਾ ਵਾ, ਬੇਸਿਕਲੀ ਸਮਾਜ ਦੇ ਨਾਲ ਵੀ ਤੁਸੀਂ ਜੁੜੇ ਆ। ਕੋਈ ਇਹੋ ਜਿਹਾ ਤਜਰਬਾ, ਇਹੋ ਜਿਹੀ ਘਟਨਾ ਜਿਹਨੂੰ ਯਾਦ ਕਰਕੇ ਅੱਜ ਵੀ ਤੁਸੀਂ ਉਦਾਸ ਹੋ ਜਾਂਦੇ ਹੋਵੋ, ਖੁਸ਼ ਹੋ ਜਾਂਦੇ ਹੋਵੋ? ਦੋਵੇਂ ਸਵਾਲ ਇਕੱਠੇ ਆ। ਕੋਈ ਅੱਜ ਵੀ ਉਹ ਇੱਕ ਪਲ ਜਿਹਨੂੰ ਯਾਦ ਕਰਕੇ ਐਕਸਟ੍ਰੀਮ ਤੇ ਤੁਹਾਡੀ ਖੁਸ਼ੀ ਪਹੁੰਚ ਜਾਂਦੀ ਹੋਵੇ, ਫਿਰ ਮਤਲਬ ਅੰਦਰ ਫੁਹਾਰਾਂ ਜਿਹੀਆਂ ਫੁੱਟਦੀਆਂ ਹੋਣ, ਕੋਈ ਐਸਾ ਪਲ, ਕੋਈ ਐਸਾ ਘਟਨਾ, ਦੁਰਘਟਨਾ ਜਿਹਨੂੰ ਦੇਖ ਕੇ ਤੁਸੀਂ ਸੋਚ ਕੇ ਮਨ 'ਚ ਆਵੇ? ਕਿਉਂਕਿ ਦੋ ਹੀ ਗੱਲਾਂ ਨੇ, ਇੱਕ ਉਦਾਸੀ ਵਾਲੀ ਤੇ ਵਿੱਚ ਵਿਚਾਲੀ ਵਾਲੀ ਜ਼ਿੰਦਗੀ ਤੇ ਇੱਦਾਂ ਹੀ ਤੁਰੀ ਜਾਂਦੀ ਆ। ਦੋ ਗੱਲਾਂ ਕਦੀ ਪਿੱਛਾ ਨਹੀਂ ਛੱਡਦੀਆਂ, ਇੱਕ ਖੁਸ਼ੀ ਵਾਲੀ, ਇੱਕ ਉਦਾਸੀ ਵਾਲੀ। ਤੇ ਉਹ ਕਿਸੇ ਇੱਕ ਪਲ ਦਾ ਜ਼ਿਕਰ ਕਿ ਯਾਦ ਕਰਕੇ ਇੱਕਦਮ ਆਫ ਹੋ ਜਾਂਦੇ ਹੋ, ਇੱਕ ਐਸੀ ਗੱਲ ਨੂੰ ਯਾਦ ਕਰਕੇ ਇੱਕਦਮ ਔਨ ਹੋ ਜਾਂਦੇ ਹੋਵੇ, ਪ੍ਰੈਜ਼ੈਂਟ ਹੋ ਜਾਂਦੇ ਹੋਵੇ। ਇਹ ਜ਼ਰੂਰ ਹਰ ਬੰਦੇ ਦੀ ਜ਼ਿੰਦਗੀ 'ਚ ਇਹ ਸਾਰਾ ਕੁਝ ਵਾਪਰਦਾ। ਕੋਈ ਇਸ ਤਰ੍ਹਾਂ ਦੀ ਘਟਨਾ, ਕੋਈ ਗੱਲਬਾਤ? ਜਿਹੜੀ ਖੁਸ਼ੀ ਵਾਲੀ ਗੱਲ ਘਟਨਾ ਤਾਂ ਹੈਗੀ ਹੈ ਮੇਰੀ ਇੱਕੋ ਹੀ, ਜਿਹਨੂੰ ਦੇਖ ਕੇ ਮੈਂ ਜਦੋਂ ਅਲੂਮਨੀ ਨੂੰ ਬੁਲਾਇਆ ਸੀ ਖਾਲਸਾ ਕਾਲਜ ਵਿੱਚ ਪਿੱਛੇ ਜਿਹੇ, ਤੇ ਮੈਂ ਉੱਥੇ ਗਿਆ ਤੇ ਬੜੇ ਸਾਲਾਂ ਦੇ ਬਾਅਦ ਮੈਂ ਖਾਲਸਾ ਕਾਲਜ ਅੰਦਰ ਵੜਿਆ ਅੰਦਰ, ਤੇ ਅੰਦਰ ਵੜਦਿਆਂ ਸੱਜੇ ਪਾਸੇ ਗਰਾਊਂਡ ਹੈਗੀ ਹੈ, ਤੇ ਵੜਦਿਆਂ ਮੈਨੂੰ ਯਾਦ ਆਇਆ ਕਿ ਅੱਜ ਤੋਂ 50 ਸਾਲ ਪਹਿਲਾਂ ਇੱਕ ਪੰਜਾਬ ਦੇ ਚੀਫ ਮਿਨਿਸਟਰ ਹੁੰਦੇ ਸੀ ਕਾਮਰੇਡ ਰਾਮ ਕ੍ਰਿਸ਼ਨ, ਤੇ ਮੇਰੇ ਕੋਲ ਫੋਟੋਗ੍ਰਾਫਸ ਹੈਗੀਆਂ। ਤੇ ਉਦੋਂ ਮੈਂ ਕਾਲਜ ਦੇ ਵਿੱਚ ਡਿਬੇਟਰ ਹੁੰਦਾ ਸੀ, ਡਿਬੇਟ ਵੀ ਕਰਦਾ ਹੁੰਦਾ ਸੀ, ਤੇ ਸਪੀਚ ਦੇਣੀ 3 ਮਿੰਟ ਦੀ ਡਿਬੇਟ ਕਰਨੀ, ਪੰਜਾਬੀ 'ਚ ਵੀ, ਹਿੰਦੀ 'ਚ ਵੀ। ਐਂਡ ਦੈਟ ਈਅਰ ਆਈ ਵਾਜ਼ ਦ ਓਨਲੀ ਪਰਸਨ ਜਿਹੜਾ 3 ਲੈਂਗੁਏਜ ਫਸਟ ਆਇਆ ਸੀ, ਤੇ ਕਾਮਰੇਡ ਰਾਮ ਕ੍ਰਿਸ਼ਨ ਤੋਂ ਮੈਂ ਪ੍ਰਾਈਜ਼ ਲੈ ਰਿਹਾ ਸੀ। ਉਹ ਅੰਦਰ ਵੜਦਿਆਂ ਜਦੋਂ ਮੈਨੂੰ ਉਹ ਗਰਾਊਂਡ ਦਿਸੀ ਨਾ, ਤਾਂ ਉਹ ਘਟਨਾ ਮੇਰੇ ਦਿਮਾਗ 'ਚ ਆਏ ਵੀ ਇਸੇ ਗਰਾਊਂਡ ਦੇ ਵਿੱਚ ਖੜ੍ਹ ਕੇ ਕਾਮਰੇਡ ਰਾਮ ਕ੍ਰਿਸ਼ਨ ਦਾ ਚੀਫ ਮਿਨਿਸਟਰ ਤੋਂ ਮੈਨੂੰ ਪ੍ਰਾਈਜ਼ ਮਿਲਿਆ ਸੀਗਾ। ਸੋ ਦੈਟ ਇਜ਼ ਸਮਥਿੰਗ ਦੇ ਨਾ, ਤੁਸੀਂ ਕਈ ਵਾਰੀ ਕਿਸੇ ਐਸੇ ਸਥਾਨ ਤੋਂ ਲੰਘਦੇ ਜਿਸ ਨਾਲ ਤੁਹਾਡੀ ਘਟਨਾ ਕੋਈ ਵਾਪਰੀ ਹੁੰਦੀ, ਜੁੜੀ ਹੁੰਦੀ ਹੈਗੀ ਹੈ, ਤੁਹਾਡੇ ਕੋਲ ਦਿਮਾਗ 'ਚ ਆਏ। ਉਦਾਸੀ ਵਾਲੀ ਤੁਹਾਨੂੰ ਕੀ ਦੱਸਾਂ, ਮੈਨੂੰ ਕੋਈ ਖਾਸ ਇਹ ਗੱਲ ਯਾਦ ਤਾਂ ਨਹੀਂ ਆ ਰਹੀ, ਪਰ ਮੈਂ ਇੱਕ
ਦੇਖਿਆ ਸੀ ਲੋਕਾਂ ਦਾ ਬਿਹੇਵੀਅਰ। ਜਦੋਂ 84 ਦੇ ਵਿੱਚ ਲੋਕੀ ਭੱਜਦੇ ਦੌੜਦੇ ਫਿਰਦੇ ਸੀ, ਘਰੋਂ ਘਰੀ ਨਿਕਲਦੇ ਫਿਰਦੇ ਸੀਗੇ, ਉਹ ਮੈਂ ਦੇਖਿਆ ਸੀ। ਮੈਂ ਇੱਕ ਵਾਰੀ ਸ਼ਾਮ ਦੇ ਵਕਤ ਰਾਤ ਦਾ ਵੇਲਾ ਸੀ, ਜਦੋਂ ਤੇ ਜਿਮਖਾਨਾ ਤੋਂ ਮੈਂ ਵਾਪਸ ਆ ਰਿਹਾ ਸੀ ਕਲੱਬ 'ਚੋਂ, ਅਤੇ ਕੁਛ ਬਜ਼ੁਰਗ ਔਰਤਾਂ ਬੱਚੇ ਮਾਲਟਨ ਗੁਰਦੁਆਰੇ ਦੇ ਬਾਹਰ ਖੜ੍ਹੇ ਸੀ ਅਤੇ ਗੇਟ ਬੰਦ ਸੀ ਅਤੇ ਉਹ ਚੀਕਾਂ ਮਾਰਦੇ ਵੀ ਸਾਨੂੰ ਅੰਦਰ ਬਣ ਦਿਓ, ਅਤੇ ਕੋਈ ਉਹਨਾਂ ਦਾ ਦਰਵਾਜ਼ਾ ਜਿਹੜਾ ਵਾਸਤੇ ਖੋਲ੍ਹਦਾ। ਅਤੇ ਮੈਂ ਸੋਚਿਆ ਕਿ ਦੇਖੋ ਇਹ ਜਿਹੜੇ ਅੰਦਰ ਬੈਠੇ ਹੈਗੇ ਨੇ, ਇਹਨਾਂ ਦਾ ਫਰਜ਼ ਬਣਦਾ ਕਿ ਇਹਨੂੰ ਅੰਦਰ ਬਣ ਦੇਣ, ਇਹਨੂੰ ਰਹਿਣ ਵਾਸਤੇ ਖਾਣ ਵਾਸਤੇ ਦੇਣ, ਇਹਨੂੰ ਰਹਿਣ ਵਾਸਤੇ ਕੋਈ ਜਗ੍ਹਾ ਦੇਣ। ਅਤੇ ਮੈਂ ਬੜੇ ਹੀ ਫਿਰ ਉਹਦੇ ਪਿੱਛੇ ਦਾ ਸੈਕਟਰੀ ਰਹਿੰਦਾ ਸੀਗਾ, ਸੋ ਆਈ ਡਰੋਵ ਰਾਊਂਡ, ਵੈਂਟ ਟੂ ਦ ਸੈਕਟਰੀਜ਼ ਹਾਊਸ। ਉਹਨੂੰ ਮੈਂ ਜਗਾਇਆ, ਮੈਂ ਕਿਹਾ ਚੱਲ ਕੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਦਰਵਾਜ਼ਾ ਖੋਲ੍ਹਣ ਅਤੇ ਇਹਨਾਂ ਬੀਬੀਆਂ ਵਿੱਚ ਅੰਦਰ ਵਾੜ ਕੇ ਥਾਂ ਦੇਣ ਰਹਿਣ ਵਾਸਤੇ। ਅਤੇ ਉਹ ਘਟਨਾ ਮੇਰੇ ਦਿਮਾਗ 'ਚ ਬੈਠੀ ਹੈ ਵੀ ਅਸੀਂ ਕਈ ਵਾਰੀ ਇਨਸਾਨ ਹੋਣ ਦੇ ਬਾਵਜੂਦ ਇਨਸਾਨੀਅਤ ਨੂੰ ਭੁੱਲ ਜਾਂਦੇ ਹਾਂ ਕਿ ਸਾਡੇ ਫਰਜ਼ ਕੀ ਹੈਗੇ ਨੇ। ਹਾਲਾਂਕਿ ਧਾਰਮਿਕ ਸਥਾਨ ਸੀ, ਅਤੇ ਉੱਥੋਂ ਦੀ ਜੇ ਮੈਂ ਲੰਘਦਾ ਉਹ ਘਟਨਾ ਮੇਰੇ ਦਿਮਾਗ 'ਚ ਆ ਜਾਂਦੀ ਹੈ ਕਿ ਕੋਈ ਮਨ ਵਿੱਚ ਬੈਠੀ ਐਸੀ ਗੱਲ ਜਿਹੜੀ ਤੁਸੀਂ ਕਰ ਨਾ ਪਾਏ ਹੋਵੋ ਪੂਰੀ, ਅਤੇ ਤੁਹਾਨੂੰ ਲੱਗਦਾ ਕਿ ਇਹ ਹੋਣੀ ਵੀ ਨਹੀਂ ਆ, ਕੋਈ ਮਤਲਬ ਐਸੀ ਬੁਝਿਆ ਜਿਹਾ ਸਾਰਾ ਕੁਛ ਤੁਹਾਡੇ ਸਾਹਮਣੇ ਆ ਜਾਂਦਾ ਹੋਵੇ, ਕੋਈ ਸੁਪਨਾ ਜਿਹੜਾ ਰਹਿੰਦਾ ਹੋਵੇ? ਇਹ ਤਾਂ ਲੱਗਦਾ ਨਾ ਤੁਸੀਂ ਵੀ ਸੁਪਨਾ ਪੂਰਾ ਕੋਈ ਸੁਪਨਾ ਨਹੀਂ ਆ। ਸੁਪਨਾ ਤਾਂ ਕੋਈ ਨਾ ਕੋਈ ਤਾਂ ਹੁੰਦਾ ਹੀ ਆ ਹਰ ਬੰਦੇ ਦਾ, ਜਿਹੜਾ ਉਹ ਨਹੀਂ ਬਣ ਪਾਉਂਦਾ। ਤਦੇ ਇੱਕ ਸਪੇਸ ਰਹਿ ਜਾਂਦੀ, ਇੱਕ ਖਲਾ ਰਹਿ ਜਾਂਦਾ ਬੰਦੇ ਦੇ ਅੰਦਰ, ਫਿਰ ਉਹ ਕਲਮ ਫੜਦਾ ਲਿਖਦਾ। ਤੁਹਾਡੇ ਸ਼ੇਰ ਹੀ ਬੜਾ ਕੁਛ ਕਹਿ ਰਹੇ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਇਹਦੇ ਬਾਰੇ ਤਾਂ ਮੈਂ ਕਦੀ ਇਸ ਤਰ੍ਹਾਂ ਸੋਚਿਆ ਨਹੀਂ ਹੈਗਾ, ਸੱਚ ਦੱਸਾਂ ਤੁਹਾਨੂੰ। ਪਰ ਮੈਂ ਇਹ ਕਹਿ ਸਕਦਾ ਹਾਂ ਕਿ ਜਦੋਂ ਮੈਂ ਯਾਰਾਂ ਦੋਸਤਾਂ ਨੂੰ ਪੁਰਾਣੇ ਆਰਮੀ ਵਾਲਿਆਂ ਨੂੰ ਮਿਲਦਾ ਹੈਗਾ, ਜਿਹੜੇ ਮੇਰੇ ਯੰਗਸਟਰ ਸੀਗੇ, ਜਿਹੜੇ ਮੇਰੇ ਸੈਕੰਡ ਲਾਈਫ ਸੀਗੇ, ਉਹ ਹੁਣ ਜਰਨੈਲ ਬਣ ਕੇ ਰਿਟਾਇਰ ਹੋਏ ਨੇ। ਹਾਲਾਂਕਿ ਮੇਰੇ ਤੋਂ ਜੂਨੀਅਰ ਸੀਗੇ ਅਤੇ ਦੇ ਸਟਿਲ ਕਾਲ ਮੀ ਸਰ। ਵੰਸ ਆਰਮੀ ਦੇ ਵਿੱਚ ਜਿਹੜਾ ਜੂਨੀਅਰ ਬਣ ਜਾਵੇ, ਚਾਹੇ ਜਰਨੈਲ ਬਣ ਜਾਵੇ, ਵੰਸ ਅ ਸੀਨੀਅਰ ਇਜ਼ ਆਲਵੇਜ਼ ਅ ਸੀਨੀਅਰ। ਅਤੇ ਮੈਂ ਕਈ ਵਾਰੀ ਇਹ ਸੋਚਦਾ ਨਾ ਕਿ ਮੈਂ ਠੀਕ ਕੀਤਾ ਅਮਰੀਕਾ ਜਾ ਕੇ ਕਿ ਨਹੀਂ ਕੀਤਾ। ਜੇ ਮੈਂ ਇੱਥੇ ਰਹਿ ਜਾਂਦਾ ਤਾਂ ਹੋ ਸਕਦਾ ਮੈਂ ਵੀ, ਪਰ ਫਿਰ ਮੈਂ ਇਹ ਵੀ ਸੋਚਦਾ ਕਿ ਇੱਥੇ ਰੁਤਬਾ ਤਾਂ ਮਿਲ ਜਾਂਦਾ, ਪੋਜੀਸ਼ਨ ਮਿਲ ਜਾਂਦੀ, ਰੈਂਕ ਮਿਲ ਜਾਂਦਾ, ਪਰ ਜੇ ਤੁਸੀਂ ਮੋਨੀਟਰੀ ਸੋਚਦੇ ਆ, ਪੈਸੇ ਵੱਲੋਂ ਸੋਚਦੇ ਹੈਗੇ ਆ, ਤਾਂ ਆਈ ਐਮ ਬੈਟਰ ਆਫ ਦੇਅਰ। ਜਿੰਨੀ ਉੱਥੇ 23 ਸਾਲ ਨੌਕਰੀ ਕਰਕੇ ਅਮਰੀਕਾ ਦੀ ਫੈਡਰਲ ਗਵਰਨਮੈਂਟ ਦੇ ਵਿੱਚ ਜਿਹੜੀ ਪੈਨਸ਼ਨ ਮੈਨੂੰ ਮਿਲਦੀ ਹੈ ਨਾ, ਇੱਥੇ ਥੋੜ੍ਹੀ ਚੀਫ ਆਫ ਦੀ ਆਰਮੀ ਨੂੰ ਨਹੀਂ ਮਿਲਦੀ। ਜੇ ਪੈਸੇ ਵੱਲੋਂ ਸੋਚਿਆ, ਮੋਨੀਟਰੀ ਸੋਚਿਆ ਤਾਂ ਉਹ ਠੀਕ ਸੀਗਾ। ਸੋ ਇਹ ਜਿਹੜੀ ਦੁਬਿਧਾ ਹੈਗੀ ਨਾ, ਕਈ ਵਾਰ ਮੈਂ ਸੋਚਦਾ ਹਾਂ ਯਾਰ ਜੇ ਮੈਂ ਉੱਥੇ ਰਹਿੰਦਾ ਇੱਦਾਂ ਹੁੰਦਾ, ਫਿਰ ਸੋਚਦਾ ਨਹੀਂ ਮੈਂ ਆ ਗਿਆ, ਠੀਕ ਆ ਗਿਆ। ਉਹੀ ਗੱਲ ਹੈ ਵੀ ਕभी किसी को मुकम्मल जहाँ नहीं मिलता, ऐसा नहीं है कि उसके जहाँ में प्यार नहीं है, मोहब्बत नहीं है, जहाँ इसकी ज़रूरत होती है वहाँ नहीं मिलती। ਉਹੀ ਗੱਲ ਆ। ਮੇਰੇ ਸਾਹਿਬ ਕੋਈ ਹੋਰ ਕੋਈ ਸਵਾਲ ਜਿਹੜਾ ਮੈਂ ਕਰ ਨਾ ਸਕਿਆ ਹੋਵਾਂ, ਗੱਲਾਂ 'ਚ ਮੇਰੇ ਕੋਲ ਰਹਿ ਗਿਆ ਹੋਵੇ ਅਤੇ ਤੁਹਾਡੇ ਮਨ 'ਚ ਜਵਾਬ ਬੈਠਾ ਹੋਵੇ, ਜਿਹੜੀ ਗੱਲ ਯਾਨੀ ਕਰਨੀ ਚਾਹੁੰਦੇ ਆ? ਤੁਸੀਂ ਤਾਂ ਬੜੇ ਸਵਾਲ ਕੀਤੇ ਆ, ਐਸੇ ਸਵਾਲ ਕੀਤੇ ਕਿ ਮੈਨੂੰ ਜਵਾਬ ਨਹੀਂ ਲੱਭਿਆ ਕਈਆਂ ਦੇ ਤਾਂ। ਇਹ ਤੁਸੀਂ ਤਾਂ ਪੂਰੀ ਤਰੀਕੇ ਦੇ ਨਾਲ ਪੂਰੇ ਸਵਾਲ ਕੀਤੇ ਹੈਗੇ। ਆਈ ਐਮ ਵੈਰੀ ਥੈਂਕਫੁਲ ਟੂ ਯੂ ਤਾਂ ਬ੍ਰਿੰਗਿੰਗ ਸਰਟਨ ਥਿੰਗ ਮੇਰੇ 'ਚ ਇੱਦਾਂ ਦੀ ਚੀਜ਼ਾਂ ਬਾਹਰ ਕੱਢ ਕੇ ਲਿਆਉਂਦੀਆਂ ਜਿਹੜੀਆਂ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਕਿ ਮੇਰੇ ਅੰਦਰ ਪਈਆਂ ਹੈਗੀਆਂ। ਇਸ ਵੇਲੇ ਜਿਹੜਾ ਪੰਜਾਬ ਦਾ ਮਾਹੌਲ ਆ, ਉਹ ਬਹੁਤ ਖਰਾਬ ਹੋਇਆ ਪਿਆ। ਮਤਲਬ ਡਰੱਗਸ ਨੂੰ ਲੈ ਕੇ ਜਿੱਦਾਂ ਆਪਾਂ ਗੱਲ ਕੀਤੀ ਹੈ, ਇੱਥੋਂ ਦੀ ਰਾਜਨੀਤਿਕ ਜਿਹੜਾ ਸਿਸਟਮ ਇੰਨਾ ਮਤਲਬ ਖਰਾਬ ਹੋ ਚੁੱਕਾ। ਦੁਬਿਧਾ ਜੀ ਵਾਲਾ ਵਾ ਸਾਰਾ ਕੁਛ, ਮਤਲਬ ਬਹੁਤ ਸਾਰਾ ਲੰਬਾ ਸਾਰਾ ਕੁਛ ਹੈ ਇਹ। ਮਤਲਬ ਮੈਂ ਫਿਰ ਵੀ ਕਹਿੰਦਾ, ਕਿਉਂਕਿ ਸਾਡੇ ਜਿਹੜਾ ਦੇਸ਼, ਮਤਲਬ ਦੇਸ਼ ਵਾਸਤੇ ਜਿਹੜੇ ਡੋਲ ਦੇ ਦੇਸ਼ ਵਾਸਤੇ ਮੋਢੇ ਜਿਨ੍ਹਾਂ ਨੇ ਦੇਣੇ, ਉਹ ਨੌਜਵਾਨਾਂ ਨੇ ਹੀ ਬਣਨਾ ਮੋਢਾ, ਉਹਨਾਂ ਦਾ ਸਟੈਂਡ ਬਣਨਾ, ਸਟੈਂਡ ਲੈਣਾ। ਹੁਣ ਇੱਥੋਂ ਦਾ ਯੂਥ ਆ ਜਿਹੜਾ ਕਿ ਹੁਣ ਇੰਨਾ ਜ਼ਿਆਦਾ ਡਿਸਟਰਬ ਹੋਇਆ ਨੌਜਵਾਨ ਕਿ ਇੱਥੇ ਜੇ ਉਹ ਮਤਲਬ ਪੜ੍ਹਿਆ ਲਿਖਿਆ ਵਾ, ਫਰਮੈਸ਼ ਇੰਨੀ ਚੱਲਦੀ ਆ, ਪੜ੍ਹਿਆ ਲਿਖਿਆ ਪਿੱਛੇ ਬੈਠਾ ਵਾ, ਨਲਾਇਕ ਬੰਦਾ ਕੁਰਸੀ 'ਤੇ ਬੈਠਾ ਵਾ, ਹੈ ਨਾ। ਅਤੇ ਯੂਥ, ਇੱਥੋਂ ਦਾ ਯੂਥ ਮਤਲਬ ਕੀ ਕਰੇ, ਕਿੱਥੇ ਜਾਵੇ? ਇਹਦੇ ਬਾਵਜੂਦ ਵੀ ਤੁਸੀਂ ਉਸ ਯੂਥ ਨੂੰ ਜਿਹੜਾ ਡਿਸਟਰਬ ਹੋਇਆ ਪਿਆ ਮੈਂਟਲੀ ਤੌਰ 'ਤੇ, ਆਰਥਿਕ ਤੌਰ 'ਤੇ, ਉਸ ਯੂਥ ਨੂੰ ਲੜਨ ਦਾ ਕੋਈ ਢੰਗ ਦੇ ਦਿਓ, ਕੋਈ ਲੜਨ ਦੇ ਢੰਗ ਦਾ ਹੀ ਸੁਨੇਹਾ ਦਿਓ। ਸਬਰ ਕਰਕੇ ਲੜਨ, ਕਿੱਦਾਂ ਲੜਨ, ਇਹਦੇ ਬਾਰੇ ਜਾਂਦੇ ਜਾਂਦੇ ਉਹਨਾਂ ਨੌਜਵਾਨਾਂ ਨੂੰ ਜ਼ਰੂਰ ਕੋਈ ਸੁਨੇਹਾ ਦਿਓ। ਖਿਆਲ ਦੀ ਗੱਲ ਤਾਂ ਹੈਗੀ ਹੈ ਕਿ ਸਿਸਟਮ ਜਿੰਨਾ ਤੁਸੀਂ ਇਸ ਤਰ੍ਹਾਂ ਕਿਹਾ ਹੈਗਾ, ਚਾਹੇ ਤੁਸੀਂ ਪੋਲੀਟੀਕਲ ਸਿਸਟਮ ਲੈ ਲਓ, ਕਰਪਸ਼ਨ ਲੈ ਲਓ, ਇੰਨੀ ਹੀ ਖਰਾਬ ਹੋ ਚੁੱਕੀ ਹੈ ਨਾ ਕਿ ਤਾਂਤਾ ਕੀ ਤਾਣਾ ਹੀ ਪੂਰਾ ਖਰਾਬ ਹੋਇਆ ਪਿਆ ਹੈਗਾ। ਕਿਤੇ ਵੀ ਚਲ ਜਾਓ, ਪੈਸੇ ਤੇ ਤੁਹਾਡਾ ਕੰਮ ਨਹੀਂ ਹੁੰਦਾ, ਠੀਕ ਹੈ ਨਾ। ਇੱਕ ਤੁਸੀਂ ਫਾਇਰ ਕਢਾਉਣੀ ਹੁੰਦੀ ਹੈ, ਮੈਨੂੰ ਹਾਂ ਤਾਂ ਯਾਦ ਹੈ, ਮੈਂ ਪ੍ਰੂਨ ਟਰਸਟ ਗਿਆ ਸੀਗਾ, ਮੈਂ ਫਾਇਰ ਕਢਾਉਣੀ ਸੀਗੀ, ਅਤੇ ਉਹ
ਕਲਰਕਾਂ ਨੇ ਮੈਨੂੰ ਚੱਕਰ 'ਚ ਪਾਈ ਫਿਰਨਾ। ਉੱਥੋਂ ਦਾ ਇੱਕ ਵਿਚਾਰਾ ਚਪੜਾਸੀ ਸੀਗਾ ਮੇਰੇ ਕੋਲ ਆਇਆ, ਕਹਿੰਦਾ ਸਾਹਿਬ ਜੀ ਕੀ ਗੱਲ ਹੈ? ਮੈਂ ਕਿਹਾ ਆਹ ਗੱਲ ਯਾਰ ਫਾਇਲ ਨਹੀਂ ਲੱਭਦੀ ਪਈ। ਕਹਿੰਦਾ ਜੀ 500 ਰੁਪਇਆ ਕੱਢੋ। ਮੈਂ ਕੱਢਦਾ, ਤੇ ਮੈਂ ਬਹਿ ਗਿਆ, ਮੇਰੀ ਫਾਈਲ ਭੱਜੀ ਫਿਰਦੀ ਸੀ। ਸਮਝੇ ਨਾ? ਇੱਥੋਂ ਤੱਕ ਕਰਪਸ਼ਨ ਹੋ ਚੁੱਕੀ ਹੈ ਕਿ ਹਰ ਬੰਦਾ, ਹੁਣ ਯੂਥ ਹੈਗਾ, ਯੂਥ ਕੀ ਕਰੇ? ਮੈਨੂੰ ਤਾਂ ਯੂਥ ਤੇ ਪੰਜਾਬ ਦੇ ਯੂਥ ਤੇ ਤਰਸ ਆਉਂਦਾ ਹੈ। ਨਾ ਇਹ ਕੁਝ ਕਰਨ ਜੋਗੇ ਹੈ, ਜਾਂ ਨਾ ਇਹ ਬਰਦਾਸ਼ਤ ਕਰਨ ਜੋਗੇ ਹੈ, ਨਾ ਇਹ ਲੜਨ ਜੋਗੇ ਹੈ। ਲੜ ਤਾਂ ਨਹੀਂ ਸਕਦੇ ਕਿ ਸਿਸਟਮ ਇਜ਼ ਵੈਰੀ ਕਰਪਟ। ਬਰਦਾਸ਼ਤ ਤਾਂ ਨਹੀਂ ਕਰ ਸਕਦੇ ਕਿ ਜਵਾਨ ਹੈਗੇ ਨੇ, ਇਹਨਾਂ ਦਾ ਖੂਨ ਖੋਲਦਾ ਕੁਝ ਕਰਨਾ ਚਾਹੁੰਦੇ ਹੈਗੇ ਆ, ਪਰ ਫਿਰ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ, ਸਵਾਏ ਸਬਰ ਕਰਨ ਦੇ, ਸਬਰ ਕਰਕੇ ਇਸ ਮਾਹੌਲ ਨਾਲ ਲੜਨ ਦੇ, ਹੋਰ ਕੋਈ ਦੂਸਰਾ ਚਾਰਾ ਨਹੀਂ ਹੈਗਾ। ਕੀਪ ਹੋਪਿੰਗ ਕਿ ਵਨ ਡੇ ਦ ਸਿਸਟਮ ਵਿਲ ਚੇਂਜ। ਚੇਂਜ ਲਿਆਉਣੀ ਹੈ ਤਾਂ ਯੂਥ ਨਹੀਂ ਲਿਆਉਣੀ ਹੈ, ਜਿਹੜੇ ਉੱਤੇ ਬੈਠੇ ਕੁਰਸੀਆਂ ਤੇ ਉਹਨਾਂ ਨੇ ਨਹੀਂ ਲਿਆਉਣੀ ਹੈਗੀ ਹੈ। ਦੈਟਸ ਵਾਟ ਆਮ ਸੇਇੰਗ ਕਿ ਸਬਰ ਕਰੋ, ਲੜੀ ਚੱਲੋ, ਆਪਣੇ ਹੱਕ ਮੰਗੋ, ਆਪ ਨਾ ਕਰਪਟ ਹੋ। ਜੇ ਸਿਸਟਮ ਗਲਤ ਹੈ ਨਾ, ਡੋਂਟ ਜੁਆਇਨ ਦ ਸਿਸਟਮ, ਸਿਸਟਮ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ, ਤਾਂ ਹੀ ਕੁਝ ਬਣ ਸਕਦਾ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਜ ਤੁਸੀਂ ਸਾਡੇ ਕੋਲ ਆਏ ਇੱਥੇ ਭੁਪਿੰਦਰ ਜੀ, ਸਾਡੇ ਸਟੂਡੀਓ 'ਚ ਆਪਾਂ ਗੱਲਬਾਤ ਕੀਤੀ, ਬਹੁਤ ਮੁੱਲਵਾਨ ਗੱਲਾਂ ਹੋਈਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਟੀਮ ਵੱਲੋਂ ਕਿ ਤੁਸੀਂ ਇੱਥੇ ਆਏ, ਆਪਣਾ ਕੀਮਤੀ ਸਮਾਂ ਕੱਢ ਕੇ ਆਪਾਂ ਗੱਲਬਾਤ ਕੀਤੀ, ਕਿੰਨੇ ਸਾਰੇ ਜਵਾਬ ਦੇ ਕੇ, ਕਿੰਨੇ ਸਾਰੇ ਸਵਾਲ ਛੱਡ ਕੇ। ਫਿਰ ਤੁਹਾਨੂੰ ਅਗਲੀ ਫੇਰੀ 'ਤੇ ਜਦੋਂ ਭਾਰਤ ਆਓਗੇ, ਪੰਜਾਬ ਆਓਗੇ, ਆਪਾਂ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਿਸ਼ਾਲ ਸਾਹਿਬ, ਮੈਨੂੰ ਇੱਥੇ ਸੱਦਣ ਦਾ ਤੇ ਮੇਰੇ ਨਾਲ ਬੈਠ ਕੇ ਗੱਲਬਾਤ ਕਰਨ ਦਾ ਤੇ ਮੈਨੂੰ ਮੌਕਾ ਦੇਣ ਦਾ। ਸਾਡੇ ਪਿਆਰੇ ਦੋਸਤੋ, ਇਹ ਅੱਜ ਅੰਬਰਾਂ ਦੇ ਸਰਨਾਮ ਵਿੱਚ ਸਨ ਭੁਪਿੰਦਰ ਸਿੰਘ ਦਲੇਰ, ਅਮਰੀਕਾ ਤੋਂ, ਕੈਲੀਫੋਰਨੀਆ ਤੋਂ, ਗਜ਼ਲਕਾਰ, ਆਰਟਿਸਟ, ਪ੍ਰੋਡਿਊਸਰ, ਜਿਹੜੇ ਫਿਲਮ ਲਿਆ ਕੇ ਆ ਰਹੇ ਆ। ਫਿਰ ਆਪਾਂ ਅਗਲੇ ਹਫਤੇ ਕਿਸੇ ਹੋਰ ਪਰਸਨੈਲਿਟੀਜ਼ ਨਾਲ ਮਿਲਦੇ ਹਾਂ, ਫਿਰ ਗੱਲਬਾਤ ਕਰਾਂਗੇ। ਉਦੋਂ ਤੱਕ ਇਜਾਜ਼ਤ। ਤੁਹਾਡਾ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ।